सो पिंड सतौर दे विच आ गए हैं जी। ब्लॉक ਚੱਕੋਵਾਲ ਹੁਸ਼ਿਆਰपुर ਜ਼ਿਲ੍ਹੇ ਦੇ ਵਿੱਚ ਅੱਜ ਅਸੀਂ ਹੁਣ ਇੱਥੇ ਰਾਤ ਹੋ ਗਈ ਹੈ ਪਹੁੰਚੇ ਹਾਂ। ਸੋ ਇੱਥੇ ਇਹ ਕਮਿਊਨਿਟੀ ਹੈਲਥ ਸੈਂਟਰ ਦੇ ਸਾਹਮਣੇ ਹੀ ਘਰ ਹੈ ਜੀ ਕੁਲਵਿੰਦਰ ਸਿੰਘ ਜੋ 38 ਸਾਲ ਦੀ ਉਮਰ ਹੈ ਤੇ ਇਹਦੀ ਜ਼ਿੰਦਗੀ ਵੀ ਉਸ ਕਿਸਾਨ ਸੰਘਰਸ਼ ਦੇ ਲੇਖੇ ਲੱਗ ਗਈ। ਇੱਥੋਂ ਜਾ ਰਹੇ ਸੀ ਦਿੱਲੀ ਵੱਲ ਨੂੰ ਤੇ ਰਸਤੇ ਦੇ ਵਿੱਚ ਇੱਕ ਬੜਾ दर्दनाक एक्सीडेंट हो गया मंडी गोबिंदगढ़ फतेहगढ़ साहब के नज़दीक। सो आओ थोड़ी देर लिए आपां इस परिवार के नाल दुख साझा करते हैं। ये घर है जी उन्हों का जिथों के कुलविंदर सिंह नौजवान जड़े ने उन्होंने घर असीं पहुँचे हैं। सो ये उन्होंने तस्वीर है जी। ये उन्होंने परिवार के असीं बैठे हैं आके उन्होंने पिता जी भरा ते होर परिवारक मैंबर ते इलाके के जोड़े मोतबार ने वो सारे इत्थे पहुँचे हुए ने। सो थोड़ा जिहा असीं जानकारी हासिल करते हैं। जी की नाम तुहाडा जी? मेरा गुरदीप सिंह जी। तुहाडे भरा लगदे सी? हाँ जी ब्रदर मेरे छोटा जी। की घटना वापरी इन्हां दे? एक्सीडेंट हो गया जी इत्थों गए जी इत्थे नूं दिल्ली। अच्छा जी। हाँ जी हाँ जी। कदों क गए सी इत्थों? ये गए इत्थों 3 बजे गए तो 5:30 पौने 6 बजे 16 तरीक। अच्छा। सो 16 ਦਸੰਬਰ ਨੂੰ ਇਹ ਐਕਸੀਡੈਂਟ ਹੋਇਆ। ਸੋ ਆਪਾਂ ਦੇਖ ਸਕਦੇ ਹਾਂ ਕਿ ਕਾਫੀ ਯੰਗ ਸੀਗੇ ਤੇ ਉਹਨਾਂ ਦੇ ਤਾਈ ਨਾਲ ਗੱਲ ਕਰਦੇ ਹਾਂ ਜੀ। ਤੁਹਾਡਾ ਕੀ ਨਾਮ ਸਰਦਾਰ ਜੀ? ਮੇਰਾ ਦਰਸ਼ਨ ਸਿੰਘ। ਤੇ ਕੀ ਘਟਨਾ ਵਾਪਰੀ ਥੋੜਾ ਜਿਹਾ ਵਿਸਥਾਰ ਦੱਸਦੇ ਵੀ ਇੱਥੋਂ ਜਦੋਂ ਗਏ ਨੇ? ਹਾਂਜੀ ਇੱਥੇ ਸਵੇਰੇ 4 ਵਜੇ ਗਏ ਮੇਰੇ ਕੋਲ। ਅੱਛਾ ਜੀ। ਤੇ ਮੁੜ ਕੇ ਫੋਨ ਆ ਗਿਆ ਇਹਨਾਂ ਨੇ ਮੈਨੂੰ ਤਾਂ ਦੱਸਿਆ ਵੀ ਨਹੀਂ, ਮੈਨੂੰ ਤਾਂ ਪਤਾ ਹੀ 12 1 ਵਜੇ ਲੱਗਾ ਹੋਇਆ ਵੀ ਆਹ ਘਟਨਾ ਬੀਤ ਗਈ ਆ। ਹਾਂਜੀ ਹਾਂਜੀ ਮੁੜ ਕੇ ਸੋ ਕਿੱਦਾਂ ਐਕਸੀਡੈਂਟ ਜਿਹੜਾ ਵਾਪਰਿਆ ਕਿੱਥੇ ਵਾਪਰਿਆ ਥੋੜਾ ਜਿਹਾ ਦੱਸ ਸਕਦੇ ਤੁਸੀਂ? ਇਹ ਖੰਨੇ ਦੇ ਲਾਗੇ ਜੀ ਐਕਸੀਡੈਂਟ ਹੋਇਆ ਸੀ ਤੇ ਗੋਬਿੰਦਗੜ੍ਹ ਮੰਡੀ ਦੇ ਕੋਲ ਟਰੱਕ ਖੜਾ ਸੀ। ਧੁੰਦ ਬਹੁਤ ਸੀ ਜੀ। ਸਾਨੂੰ ਜਦੋਂ ਪਤਾ ਲੱਗਾ ਵੀ ਉਹ ਗੱਡੀ ਜਿਹੜੀ ਆ ਉਹ ਇਹਦੇ ਵਾਲੀ ਸਾਈਡ ਜਿਹੜੀ ਤੇ ਉਹ ਵੱਜ ਗਈ ਵਿੱਚ, ਜਿਹੜਾ ਡਰਾਈਵਰ ਸੀ ਉਹਦੀ ਸਾਈਡ ਵੱਜ ਗਈ ਤੇ ਫਿਰ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਸੀ। ਸਿਰ 'ਚ ਇੰਨੀ ਸੱਟ ਲੱਗ ਗਈ ਉੱਥੇ ਹੀ ਉਹਦੀ ਜਿਹੜੀ ਸ਼ਹਾਦਤ ਹੋ ਗਈ ਸੀ ਜੀ। ਬਲੈਰੋ ਗੱਡੀ ਦੇ ਵਿੱਚ ਜਾ ਰਹੇ ਸੀ ਦਿੱਲੀ ਨੂੰ ਤੇ ਇੱਥੋਂ ਤੜਕੇ ਤੁਰੇ ਨੇ ਜੀ। ਸਵੇਰੇ 4 ਵਜੇ ਚੱਲੇ ਨੇ ਜੀ ਇੱਥੋਂ ਤੇ ਥੋੜ੍ਹੇ ਸਮੇਂ ਬਾਅਦ ਹੀ ਸਮਝ ਲਓ ਕਿ 2 ਘੰਟੇ ਦੇ ਵਿੱਚ ਇਹ ਸਾਰਾ ਕਾਰਾ ਵਾਪਰ ਗਿਆ। ਤੇ ਇਹਨਾਂ ਵਾਲੀ ਸਾਈਡ ਜਿਹੜੀ ਮੈਨੂੰ ਲੱਗਦਾ ਕੰਡਕਟਰ ਸਾਈਡ 'ਤੇ ਬੈਠੇ ਹੋਣਗੇ, ਗੱਡੀ ਖੜੀ ਦੇ ਵਿੱਚ ਜਾ ਕੇ ਗੱਡੀ ਵੱਜੀ ਹੈ ਤੇ ਬੜਾ ਵੱਡਾ ਮੈਂ ਸਮਝਦਾ ਦੁਖਾਂਤ ਹੈ। ਐਸੇ ਜਿਹੜੇ ਨੌਜਵਾਨ ਨੇ 38 ਸਾਲ ਦੀ ਉਮਰ ਤੇ ਇਸ ਕਿਸਾਨੀ ਸੰਘਰਸ਼ ਦੇ ਲੇਖੇ ਇਹ ਜਿਹੜੀ ਜਿੰਦ ਲੱਗੀ ਹੈ। ਸੰਘਾ ਸਾਹਿਬ ਤੁਸੀਂ ਕੀ ਕਹਿਣਾ ਚਾਹੋਗੇ? ਬਸ ਦੇਖੋ ਜੀ ਇਹੋ ਜਿਹੀ ਅਣਹੋਣੀ ਵਾਪਰੀ ਆ ਜਿਨ੍ਹਾਂ ਨੇ ਅਜੇ ਲੰਬੀ ਜ਼ਿੰਦਗੀ ਜਿਉਣੀ ਸੀ। ਅਸੀਂ ਕੁਲਵਿੰਦਰ ਸਿੰਘ ਨੂੰ ਨਾ ਜੀ ਇੱਥੇ ਸੈਂਚੁਰੀ ਪਲਾਈਬੋਰਡ ਦੇ ਵਿੱਚ ਇੱਕ ਸੰਘਰਸ਼ ਚੱਲਿਆ ਸੀ ਇਸ ਇਲਾਕੇ ਦੇ ਵਿੱਚ। ਮੇਰਾ ਪਿੰਡ ਤਾਂ ਇੱਥੋਂ 30-35 ਕਿਲੋਮੀਟਰ ਦੂਰ ਆ। ਉਹ 108-9 ਦਿਨ ਚੱਲਿਆ ਸੀ। ਉਹਦੇ ਵਿੱਚ ਮੈਂ ਤਕਰੀਬਨ ਉਹਦੇ ਵਿੱਚ 80-90 ਦਿਨ ਮੈਂ ਇੱਥੇ ਆਇਆ ਸੀ ਅਤੇ ਉਹਦੇ ਵਿੱਚ ਇਹ ਸਾਨੂੰ ਕੁਲਵਿੰਦਰ ਸਿੰਘ ਜੀ ਮਿਲਦੇ ਰਹੇ ਆ। ਬਹੁਤ ਚਲੋ ਚੰਗਾ ਸੁਭਾਅ ਸੀਗਾ ਜੀ, ਠੀਕ ਸੀ ਸਾਰਾ। ਉਹਦੇ ਕਰਕੇ ਮੈਂ ਇਹਨਾਂ ਨੂੰ ਜਾਣਦਾ ਸੀ ਅਤੇ ਉੱਦਾਂ ਅਹੁਦੇਦਾਰ ਤਾਂ ਨਹੀਂ ਸੀਗੇ ਵਿੱਚ ਉਹਦੇ, ਪਰ ਫਿਰ ਵੀ ਇਹਨਾਂ ਨੇ ਸੰਘਰਸ਼ ਦੇ ਵਿੱਚ ਹਿੱਸਾ ਲਿਆ ਸੀ। ਇੱਥੇ ਇੱਕ ਕੈਮੀਕਲ ਦਾ ਪਲਾਂਟ ਲੱਗਣਾ ਸੀ, ਉਹਦੇ ਸੰਬੰਧ ਦੇ ਵਿੱਚ ਜਿਹੜਾ ਸੀਗਾ ਉਹ ਅਸੀਂ ਜਿੱਤਿਆ ਸੀ। ਅਤੇ ਹੁਣ ਇਹ ਮਤਲਬ ਇਸ ਕਿਸਮ ਦਾ ਸੁਭਾਅ ਸੀਗਾ ਵੀ ਜਿੱਥੇ ਕਿਤੇ ਵੀ ਮਤਲਬ ਧੱਕੇਸ਼ਾਹੀ ਹੁੰਦੀ ਆ, ਕਿਸੇ ਢੰਗ ਦੇ ਨਾਲ ਹੁੰਦਾ ਆ ਵਤੀਰਾ, ਕੋਈ ਸਰਕਾਰ ਕਰੇ ਕੋਈ ਹੋਰ ਕਰੇ, ਉਹਦੇ ਵਿੱਚ ਹਿੱਸਾ ਲੈਂਦੇ ਸੀ। ਹੁਣ ਜਿਹੜਾ ਕਿਸਾਨੀ ਸੰਘਰਸ਼ ਆਪਾਂ ਨੂੰ ਪਤਾ ਹੀ ਹੈ ਜੀ 7-8 ਮਹੀਨੇ ਤੋਂ ਚੱਲ ਰਿਹਾ, ਦਿੱਲੀ 'ਚ 70 ਦਿਨ ਹੋ ਗਏ ਚੱਲਦੇ ਨੂੰ, ਉਹਦੇ 'ਚ ਹਿੱਸਾ ਲੈਣ ਜਾ ਰਹੇ ਸੀ। ਅਤੇ ਰਸਤੇ ਦੇ ਵਿੱਚ ਖੰਨੇ ਲਾਗੇ ਦੁਰਘਟਨਾ ਘਟੀ ਆ ਜਿਹੜੀ ਮੰਦਭਾਗੀ ਆ ਜੀ। ਅਤੇ
ਉਹਦੇ ਲਈ ਅਸੀਂ ਇਹਨਾਂ ਦੇ ਕੋਲ ਜਿਹੜਾ ਹੈਗਾ ਤੁਹਾਡੇ ਮਾਧਿਅਮ ਰਾਹੀਂ ਅਸੀਂ ਗੱਲ ਕਰ ਰਹੇ ਪਰਿਵਾਰ ਨੂੰ ਮਿਲਣ ਆਏ ਹਾਂ। ਚਲੋ ਇਹ ਜੀ ਨੇ ਤਾਂ ਵਾਪਸ ਆਉਣਾ ਨਹੀਂ ਜੀ, ਪਰ ਗੱਲ ਇਹ ਆ ਵੀ ਇਹ ਬਹੁਤ ਚੰਗੇ ਮਿਸ਼ਨ ਲਈ ਇਹ ਘਰੋਂ ਤੁਰੇ ਸੀ, ਪਰ ਉਹ ਆਪਾਂ ਨੂੰ ਕਹਿ ਦਈਏ ਵੀ ਨਹੀਂ ਮਨਜ਼ੂਰ ਸੀਗਾ ਅਤੇ ਹਾਂ ਸ਼ਹਾਦਤ ਹੋ ਗਈ। ਜਦੋਂ ਇਹਨਾਂ ਦੀ ਮੌਤ ਹੋਈ ਆ ਉਦੋਂ 30 ਕੁ ਮੌਤਾਂ ਹੋਈਆਂ ਸੀਆਂ, 30-32 ਹੋਣਗੀਆਂ। ਹੁਣ 200 ਦੇ ਲਗਭਗ ਜਿਹੜੀ ਮੌਤ ਆ ਉਹ ਸੰਘਰਸ਼ ਦੇ ਦੌਰਾਨ ਜਿਹੜੀ ਹੋ ਚੁੱਕੀ ਆ। ਸਰਕਾਰਾਂ ਸਾਰ ਨਹੀਂ ਲੈ ਰਹੀਆਂ, ਸਰਕਾਰਾਂ ਪਿੱਛੇ ਹੱਥ ਖਿੱਚ ਰਹੀਆਂ। ਸਰਕਾਰ ਨੂੰ ਚਾਹੀਦਾ ਜੀ ਇਹਨਾਂ ਪਰਿਵਾਰਾਂ ਦੀ ਸਾਰ ਲੈਣ, ਵੱਧ ਤੋਂ ਵੱਧ ਇਹਨਾਂ ਪਰਿਵਾਰਾਂ ਦੀ ਮਦਦ ਕਰਨੀ ਚਾਹੀਦੀ ਆ। ਅਤੇ ਜਿਹੜੇ ਲੋਕ ਵੀ ਆ ਜੀ, ਜਿੱਦਾਂ ਹੁਣ ਤੁਹਾਡੇ ਵਰਗੀ ਸੰਸਥਾ ਹੈ ਜੀ, ਤੁਸੀਂ ਇਹਨਾਂ ਦੀ ਮਦਦ 'ਤੇ ਆਏ ਆ। ਜਿਹੜੇ ਹੋਰ ਦਾਨੀ ਸੱਜਣ ਆ ਉਹਨਾਂ ਨੂੰ ਵੀ ਇਹਨਾਂ ਪਰਿਵਾਰਾਂ ਦੀ ਸਾਰ ਲੈਣੀ ਚਾਹੀਦੀ ਹੈ ਜੀ। ਵੀ ਘਰ 'ਚੋਂ ਇੱਕ ਜਿਹੜਾ ਸੀਗਾ ਉਹ ਜੀਵ ਤੁਰ ਗਿਆ, ਜਿਹਨੇ ਆਪਣੇ ਮਾਂ-ਬਾਪ ਲਈ ਆਸਰਾ ਬਣਨਾ ਸੀਗਾ ਬੁਢਾਪੇ ਦੇ ਵਿੱਚ, ਉਹ ਹੁਣ ਨਹੀਂ ਰਿਹਾ। ਮਾਪਿਆਂ ਦੇ ਹੁੰਦਿਆਂ ਤੇ ਪੁੱਤ ਦਾ ਤੁਰ ਜਾਣਾ ਇਹਦੇ ਨਾਲੋਂ ਵੱਡਾ ਬੋਝ ਨਹੀਂ ਹੁੰਦਾ ਮਾਪਿਆਂ ਦੇ ਉੱਤੇ। ਮਤਲਬ ਉਹਨੂੰ ਜਰ ਸਕਣਾ ਇਸ ਸਦਮੇ ਨੂੰ, ਕਿਉਂਕਿ ਇਹ ਵੇਲਾ ਤਾਂ ਮਾਪਿਆਂ ਦਾ ਜਾਣਦਾ ਹੁੰਦਾ, ਬਜ਼ੁਰਗਾਂ ਦਾ ਜਾਣਦਾ ਹੁੰਦਾ। ਅਤੇ ਸਾਡੇ ਇੱਕ ਪ੍ਰਬੰਧ ਦੇ ਵਿੱਚ ਵੀ ਹੈ ਜੀ, ਪੁੱਤਾਂ ਨੂੰ ਇਸ ਆਸ ਨਾਲ ਦੇਖਿਆ ਜਾਂਦਾ ਕਿ ਮੇਰੀ ਇਹ ਡਗੋਰੀ ਬਣੂਗਾ, ਇਹ ਮੇਰਾ ਅਖੀਰਲਾ ਜਿਹੜਾ ਹੈਗਾ ਹੋਊਗਾ ਸਮਾਂ ਆ, ਉਹਦੇ ਵਿੱਚ ਮੇਰੀ ਮਦਦ ਕਰੂਗਾ। ਪਰ ਉਹ ਜਿਹੜਾ ਹੈਗਾ ਵੀ ਹੁਣ ਅਣਚਾਹੀ ਮੌਤ ਮਰ ਗਿਆ ਜੀ। ਜਿਹੜੀ ਹੈਗੀ ਆ ਵੀ ਰਾਹ 'ਚ ਗੱਡੀ ਖੜੀ ਸੀ, ਉਹਨਾਂ ਟਕਰਾ ਕੇ ਮੌਤ ਹੋ ਗਈ ਆ। ਬਹੁਤ ਦੁਖਦਾਈ ਹੈ, ਜਿੱਥੇ ਪਰਿਵਾਰ ਲਈ ਦੁਖਦਾਈ ਆ, ਸਾਡੇ ਸਾਰੇ ਸੰਘਰਸ਼ ਲਈ ਵੀ ਉੱਡੀ ਇਹ ਦੁਖਦਾਈ ਆ ਵੀ ਸਾਡੇ 'ਚੋਂ ਇੱਕ ਹੋਣਹਾਰ ਨੌਜਵਾਨ ਜਿਹੜਾ ਸਾਡੇ ਹਰ ਸੰਘਰਸ਼ ਦੇ ਵਿੱਚ ਹਿੱਸਾ ਬਣਦਾ ਸੀ ਉਹ ਨਹੀਂ ਰਿਹਾ, ਜਿਹਦਾ ਘਾਟਾ ਜਿਹੜਾ ਜਿੱਥੇ ਪਰਿਵਾਰ ਨੂੰ ਪੈਣਾ ਉੱਥੇ ਸਾਡੀਆਂ ਕਿਸਾਨ ਜਥੇਬੰਦੀਆਂ ਨੂੰ ਵੀ ਇਹਦਾ ਘਾਟਾ ਆ। ਇਸ ਕਰਕੇ ਅਸੀਂ ਇਹਨਾਂ ਦੇ ਦੁੱਖ ਦੇ ਵਿੱਚ ਸ਼ਰੀਕ ਹੁੰਦੇ ਹਾਂ। ਅਤੇ ਹੋਰ ਵੀ ਜਿਹੜੇ ਮਦਦ ਕਰਨ ਵਾਲੇ, ਸਰਕਾਰ ਨੂੰ ਵੀ ਸਾਡੀ ਹੈਗੀ ਆ ਅਪੀਲ ਵੀ ਇਹਨਾਂ ਨੂੰ ਜਿਹੜੀ ਛੇਤੀ ਤੋਂ ਛੇਤੀ ਜਿਹੜੀ ਮਦਦ ਆ ਉਹ ਦਿੱਤੀ ਜਾਵੇ। ਜੇ ਮਦਦ ਉਦੋਂ ਹੀ ਦਿੱਤੀ ਜਾਵੇ ਜਦੋਂ ਉਹਦਾ ਵੇਲਾ ਹੀ ਲੰਘ ਜੇ, ਲੋੜ ਆ ਉਹ ਕੋਈ ਫਿਰ ਮਦਦ ਨਹੀਂ ਰਹਿ ਜਾਂਦੀ ਹੁੰਦੀ ਜੀ। ਇਹ ਆ, ਇਸ ਕਰਕੇ ਅੱਜ ਲੋੜ ਆ। ਇਹਨਾਂ ਦਾ ਇੱਕ ਬੱਚਾ ਹੈ ਜੀ, ਜਿਹੜਾ ਭਾਵੇਂ ਇਹਨਾਂ ਦੇ ਉਹਦੇ ਵਿੱਚ ਕੀ ਹੋਇਆ ਵੀ ਇਹਨਾਂ ਦਾ ਕੋਈ ਰੌਲਾ ਪੈ ਗਿਆ ਸੀ, ਇਹਨਾਂ ਦੀ ਪਹਿਲੀ ਪਤਨੀ ਦੇ ਨਾਲ ਰੌਲਾ ਪੈ ਗਿਆ ਸੀ, ਉਹ ਅਲੱਗ ਫੈਮਿਲੀ ਰਹਿੰਦੀ ਆ। ਉਹਨਾਂ ਦਾ ਇੱਕ 13-14 ਸਾਲ ਦਾ ਬੱਚਾ ਆ। ਅਸੀਂ ਇਹਨਾਂ ਬਜ਼ੁਰਗਾਂ ਦੀ ਮਦਦ ਦੇ ਨਾਲ ਤੁਹਾਡੇ ਮਾਧਿਅਮ ਰਾਹੀਂ ਇਹ ਗੱਲ ਕਹਿਣਾ ਚਾਹੁੰਦੇ ਹਾਂ ਕਿ ਉਸ ਬੱਚੇ ਨੂੰ ਮਤਲਬ ਜੇ ਛੋਟੀ ਉਮਰ 'ਚ ਆ, ਜੇ ਹੁਣ ਉਹਦੀ ਮਦਦ ਹੋ ਜੇ, ਉਹਦੀ ਪੜ੍ਹਾਈ ਲਿਖਾਈ ਹੋ ਜੇ, ਹੁਣ ਉਮਰ ਆ ਜੀ ਉਹਦੀ ਪੜ੍ਹਨ ਦੀ ਜਾਂ ਕੁਛ ਬਣਨ ਦੀ, ਉਹ ਹੁਣ ਬਣ ਸਕਦਾ। ਅਤੇ ਜੇ ਮਤਲਬ ਇਹ ਸਮਾਂ ਲੰਘਿਆ ਫਿਰ ਇਹ ਆ ਵੀ ਉਹਦਾ ਜਿਹੜਾ ਪੜ੍ਹਨ ਦਾ ਟਾਈਮ ਸੀ ਜਾਂ ਜਿਹੜਾ ਮਤਲਬ ਅੱਗੇ ਵਧਣ ਦਾ ਟਾਈਮ ਸੀ ਉਹ ਲੰਘ ਜਾਣਾ। ਇਸ ਕਰਕੇ ਅਸੀਂ ਸੋਚਦੇ ਸੀ ਵੀ ਇਹਨਾਂ ਬਜ਼ੁਰਗਾਂ ਰਾਹੀਂ ਵੀ ਅੱਬਲ ਤਾਂ ਇਹਨਾਂ ਦੇ ਕੋਲ ਆ ਜਾਂਦਾ, ਜੇ ਨਹੀਂ ਵੀ ਆਉਂਦਾ ਅਸਲ 'ਚ ਮਦਦ ਉਹਦੀ ਹੋ ਜਾਣੀ ਚਾਹੀਦੀ, ਬੱਚੇ ਦੀ ਹੋ ਜਾਣੀ ਚਾਹੀਦੀ ਆ, ਕਿਉਂਕਿ ਇਹਨਾਂ ਦਾ ਖੂਨ ਆ। ਭਾਵੇਂ ਚਲੋ ਇਹਨਾਂ ਦੇ ਘਰਾਂ 'ਚ ਰੌਲੇ ਪੈ ਗਏ, ਕੁਛ ਹੋ ਗਿਆ, ਬੱਚਾ ਹੁਣ ਕੁਲਵਿੰਦਰ ਦਾ ਇੱਕ ਹੋਣਾ ਅਤੇ ਇਹਨਾਂ ਨੂੰ ਹੀ ਹੁਣ ਬਾਬਾ ਕਹਿਣਾ। ਇਸ ਕਰਕੇ ਜਿਹੜੀ ਹੈਗੀ ਅਸੀਂ ਸੋਚਦੇ ਸੀਗੇ, ਅਸੀਂ ਤਾਂ ਇਹਨੂੰ ਚਾਹੁੰਦੇ ਸੀ ਵੀ ਬਾਬਾ ਜੀ ਦੇ ਕੋਲ ਆਪਣੇ ਕੋਲ ਆ ਕੇ ਰਹਿੰਦਾ। ਅਸੀਂ ਇਹਨਾਂ ਦੀ ਇਹ ਪ੍ਰਵਾਨਗੀ ਲੈਣੀ ਚਾਹੁੰਦੇ ਹਾਂ ਕਿ ਜੇ ਬਾਬਾ ਜੀ ਕਹਿਣ ਆਪਾਂ ਜਿਹੜੇ ਪੈਸੇ ਆ, ਅਸਲ 'ਚ ਅਸੀਂ ਕਹਿੰਦੇ ਵੀ ਸਹੀ ਹੱਕਦਾਰ ਆ ਜਿਹੜਾ ਉਹ ਇਸ ਰਕਮ ਦਾ, ਉਹ ਕੁਲਵਿੰਦਰ ਦਾ ਲੜਕਾ ਹੈ ਜੀ, ਜਿਹੜਾ ਹੈਗਾ ਇਹ ਮਦਦ ਉਹਨੂੰ ਮਿਲਣੀ ਚਾਹੀਦੀ ਆ। ਬਾਕੀ ਬਾਬਾ ਜੀ ਇਹਦੇ ਬਾਰੇ ਦੱਸ ਦੇਣਗੇ, ਜਾਣਕਾਰੀ ਦੇ ਦੇਣਗੇ। ਬਿਲਕੁਲ, ਮੈਂ ਸਮਝਦਾ ਕਿ ਇੱਕ ਥੋੜ੍ਹਾ ਜਿਹਾ ਵੱਖਰਾ ਜਿਹਾ ਵਿਸ਼ਾ ਜਿਹਦੇ ਨਾਲ ਅਸੀਂ ਗੱਲਬਾਤ ਕਰਦੇ ਪਏ ਹਾਂ, ਕਿਉਂਕਿ ਦੁੱਖ ਦੀ ਘੜੀ ਤਾਂ ਹੈ ਹੀ ਹੈ, ਨਾਲ ਥੋੜ੍ਹਾ ਜਿਹਾ ਕਿਉਂਕਿ ਕਈ ਵਾਰੀ ਥੋੜ੍ਹਾ ਜਿਹਾ ਇੰਨਾ ਵਧੀਆ ਨਹੀਂ ਰਹਿੰਦਾ ਫੈਮਲੀਆਂ ਦੇ ਵਿੱਚ। ਸੋ ਆਪਾਂ ਵੈਸੇ ਦੇਖ ਸਕਦੇ ਹਾਂ ਕਿ ਕੁਲਵਿੰਦਰ ਸਿੰਘ ਦਾ ਚਿਹਰਾ ਮੋਹਰਾ ਬੜਾ ਸੁੰਦਰ ਅਤੇ ਗੁਰਸਿੱਖੀ ਬਾਣੇ ਦੇ ਵਿੱਚ। ਸੋ ਸਰਦਾਰ ਸਾਹਿਬ ਨਾਲ ਗੱਲ ਕਰਦੇ ਹਾਂ ਇਸ ਪ੍ਰਥਾ। ਸਰਦਾਰ ਸਾਹਿਬ, ਤੁਹਾਡੀ ਕੀ ਜਿਵੇਂ ਪ੍ਰਧਾਨ ਸਾਹਿਬ ਨੇ ਗੱਲ ਕੀਤੀ ਅਸੀਂ ਸੇਵਾ ਬਾਰੇ ਜੀ? ਨਹੀਂ, ਕਰ ਦੇਣ ਉਹਦੀ ਮਦਦ ਕਰ ਦੇਣ। ਅੱਛਾ, ਹਾਂਜੀ, ਮੈਨੂੰ ਕੋਈ ਗਿਲਾ ਨਹੀਂ। ਠੀਕ। ਸੋ ਬਿਲਕੁਲ, ਵੇਖੋ ਉਹ ਕਹਿੰਦੇ ਨਾ ਕਿ ਵੱਡੇ ਵੱਡੇ ਹੀ ਹੁੰਦੇ ਹਨ, ਅਤੇ ਉਹ ਇੱਕ ਕਹਾਵਤ ਆ ਵੈਸੇ ਤਾਂ ਹੋਰ ਢੰਗ ਦੀ, ਪਰ ਉਹ ਕਹਿੰਦੇ ਹੁੰਦੇ ਕਿ ਪੁੱਤ ਕੋ ਪੁੱਤ ਹੋ ਸਕਦੇ, ਮਾਪੇ ਕੋ ਮਾਪੇ ਨਹੀਂ ਹੁੰਦੇ। ਸੋ ਬਜ਼ੁਰਗਾਂ ਨੇ ਆਪਣੀ ਉਹ ਦਿਆਨਤਦਾਰੀ, ਆਪਣਾ ਵੱਡਾਪਨ ਜਿਹੜਾ ਵਾ ਉਹ ਪੇਸ਼ ਕੀਤਾ। ਸੋ ਇਹ ਜਿਹੜੀ ਸੇਵਾ ਆ ਹੁਣ ਆਪਾਂ ਉਸ ਹਿਸਾਬ ਦੇ ਨਾਲ ਪਰਿਵਾਰ ਤੱਕ ਪਹੁੰਚਾਵਾਂਗੇ। ਕਿਉਂ ਭਾਈ ਸਾਹਿਬ ਜੀ? ਹਾਂਜੀ। ਸੋ ਗੁਰਪਿਆਰੀ ਸਾਧ ਸੰਗਤ ਜੀ, ਇਹ ਜੋ ਪਰਿਵਾਰ ਵਿੱਚ ਅਸੀਂ ਪਹੁੰਚੇ ਹਾਂ, ਭਾਈ ਕੁਲਵਿੰਦਰ ਸਿੰਘ ਜੀ ਜੋ ਆਪਣੀ ਜਾਨ ਦੇ ਗਏ ਦਿੱਲੀ ਨੂੰ ਜਾਂਦੇ। ਸੋ ਇਹ ਵੀ ਜੋ ਸਾਡੀ
ਸੋਚ ਸੀ ਸਾਰਿਆਂ ਦੀ ਇਹੋ ਹੀ ਸੀ ਵੀ ਅਸਲੀ ਵਾਰਸ ਉਹ ਪਿੱਛੇ ਜੋ ਛੱਡ ਕੇ ਗਿਆ ਉਹ ਬੇਟਾ ਹੀ ਹੈ ਹੁਣ। ਸੋ ਠੀਕ ਆ, ਪਰਿਵਾਰਾਂ ਵਿੱਚ ਅਣਬਣ ਦਾ ਜੋ ਅੱਜ ਕੱਲ੍ਹ ਦਾ ਕਲਯੁਗ ਦਾ ਮਾਹੌਲ ਹੈ ਉਹਦੇ ਵਿੱਚ ਪਤਾ ਨਹੀਂ ਲੱਗਦਾ ਕਿਹੜੇ ਘਰ ਦੇ ਵਿੱਚ ਇਹੋ ਜਾਗੋ ਇਹ ਕਲਾ ਆ ਵੜਦਾ। ਸੋ ਅੱਜ ਦੇ ਯੁੱਗ ਵਿੱਚ ਕੋਈ ਦਾਅਵਾ ਨਹੀਂ ਕਰ ਸਕਦਾ ਵੀ ਮੈਂ ਇਸ ਤੋਂ ਬਚ ਜਾਵਾਂਗਾ। ਪਰਮਾਤਮਾ ਹੀ ਕਿਸੇ ਦੇ ਪਰਿਵਾਰ ਨੂੰ ਬਚਾ ਜਾਵੇ ਇਸ ਕਲੇਸ਼ਾਂ ਤੋਂ ਤੇ ਬਚਿਆ ਰਹਿੰਦਾ ਹੈ। ਸੋ ਜੋ ਅਸੀਂ ਦੇਖਿਆ ਸੀ ਮਾਤਾ ਜੀ ਇਹਨਾਂ ਦੇ ਨਹੀਂ ਹੈਗੇ, ਬਜ਼ੁਰਗ ਘਰ ਹੈਗੇ ਨੇ। ਸੋ ਜੋ ਸਾਡੀ ਇਸ ਦੇ ਵਿੱਚ ਪ੍ਰਧਾਨ ਜੀ ਸਾਡੇ ਨਾਲ ਨੇ, ਜੋ ਸੰਗਤ ਦਾ ਸਾਂਝਾ ਫੈਸਲਾ ਸੀ ਉਹ ਬਜ਼ੁਰਗਾਂ ਨੇ ਜਿਹੜੀ ਇਹਦੇ ਉੱਤੇ ਮੋਹਰ ਲਾਈ ਆ। ਮੈਂ ਬਾਪੂ ਜੀ ਹੁਣਾਂ ਦਾ ਬਹੁਤ ਹੀ ਦਿਲੋਂ ਧੰਨਵਾਦ ਕਰਦਾ ਕਿ ਉਹਨਾਂ ਨੇ ਬਹੁਤ ਹੀ ਵੱਡਾਪਣ ਆਪਣਾ ਅੱਜ ਦੱਸਿਆ ਆ। ਔਰ ਅਸੀਂ ਇਸ ਬੱਚੇ ਨੂੰ ਵੀ ਜਾ ਕੇ ਕਹਾਂਗੇ ਵੀ ਬੱਚਾ, ਜਿਹੜੇ ਵਿਛੜੇ ਸੀ ਬਾਪ ਨੂੰ ਤਾਂ ਤੂੰ ਨਹੀਂ ਮਿਲ ਸਕਿਆ, ਪਰ ਹੁਣ ਆਪਣੇ ਬਾਬੇ ਦੇ ਨਾਲ ਤੁਸੀਂ ਗਾਂ ਤੋਂ ਜੋ ਵੀ ਹੈ ਵੀ ਪਰਿਵਾਰ ਤੇਰਾ ਇਹੋ ਹੀ ਵੱਜਣਾ। ਸੋ ਇਸ ਕਰਕੇ ਅਸੀਂ ਉਹਨਾਂ ਨੂੰ ਵੀ ਬੇਨਤੀ ਕਰਾਂਗੇ ਕਿ ਜਾਣ ਵਾਲਾ ਚਲੇ ਗਿਆ, ਉਹਨਾਂ ਨਾਲ ਤੁਹਾਡਾ ਮੇਲ ਨਹੀਂ ਹੋ ਸਕਿਆ, ਪਰ ਹੁਣ ਤੁਸੀਂ ਆਪਣੇ ਬਾਬਾ ਜੀ ਦੇ ਜੇ ਮਿਲੇਗਾ ਤਾਂ ਉਹਦੇ ਵਿੱਚ ਹੀ ਉਹ ਆਪਣੇ ਪੁੱਤ ਨੂੰ ਦੇਖ ਸਕਦੇ ਆ। ਸੋ ਬਿਲਕੁਲ ਇੱਕ ਹੋਰ ਗੱਲ ਵੀ ਜਿਹੜੀ ਸਾਨੂੰ ਪਤਾ ਲੱਗੀ ਹੈ ਕਿ ਇਸ ਘਰ ਦੇ ਵਿੱਚ ਜਿੱਥੇ ਅਸੀਂ ਪਹੁੰਚੇ ਹਾਂ, ਬਜ਼ੁਰਗ ਤੇ ਇਕੱਲੇ ਰਹਿ ਗਏ ਨੇ, ਕਿਉਂਕਿ ਉਹਦੇ ਨਾਲ ਉਹ ਇੱਥੇ ਰਹਿੰਦਾ ਸੀ ਇਸ ਘਰ 'ਚ। ਬਾਕੀ ਭਰਾ ਜਿਹੜੇ ਨੇ ਉਹਨਾਂ ਦੇ ਵੱਖਰੇ ਨਾਲ ਲਾਗੇ ਘਰ ਨੇ। ਸੋ ਇਸ ਵਕਤ ਇੱਕ ਢੰਗ ਨਾਲ ਉਹ ਇਕੱਲੇ ਰਹਿ ਗਏ ਨੇ। ਇਹ ਨਾਲ ਇਹਨਾਂ ਦਾ ਇੱਕ ਪੋਤਰਾ ਹੈ, ਇਹ ਜਿਹੜਾ ਇਹ ਨਾਲ ਇੱਥੇ ਸੇਵਾ ਕਰਦਾ। ਖੈਰ ਚਲੋ ਬਾਕੀ ਪਰਿਵਾਰ ਵੀ ਲਾਗੇ ਹੁੰਦੇ ਨੇ, ਪਰ ਮੈਂ ਸਮਝਦਾ ਕਿ ਜਿਵੇਂ ਭਾਈ ਰਣਧੀਰ ਸਿੰਘ ਹੋਰਾਂ ਨੇ ਗੱਲ ਕੀਤੀ ਹੈ ਕਿ ਉਹ ਪੋਤਰੇ ਦੇ ਵਿੱਚੋਂ ਫਿਰ ਕਿ ਕਹਿੰਦੇ ਨਾ ਮੂਲ ਨਾਲੋਂ ਵਿਆਜ ਪਿਆਰਾ ਹੁੰਦਾ। ਸੋ ਸਰਦਾਰ ਦਰਸ਼ਨ ਸਿੰਘ ਹੋਰਾਂ ਨੇ ਆਪਣਾ ਜਿਹੜਾ ਸਾਡੇ ਬੇਨਤੀ ਨੂੰ ਪ੍ਰਵਾਨ ਕੀਤਾ ਅਤੇ ਹੁਣ ਆਪਾਂ ਇਸ ਵਿਚਾਰ ਕਰਕੇ ਅੱਗੇ ਜੋ ਹੈ ਉਸ ਬੱਚੇ ਤੱਕ ਪਹੁੰਚ ਕਰਕੇ ਅਤੇ ਉਹਨਾਂ ਦੇ ਨਾਲ ਇਹ ਸੇਵਾ ਪਹੁੰਚਾਵਾਂਗੇ। ਸੋ ਹੋਰ ਵੀ ਪਤਵੰਤੇ ਸਾਡੇ ਨਾਲ ਮੌਜੂਦ। ਵੀਰ ਜੀ ਤੁਹਾਡਾ ਕੀ ਨਾਮ ਜੀ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਪਰਮਿੰਦਰ ਸਿੰਘ ਜੀ, ਲਾਚੋਵਾਲ ਤੋਂ। ਅਤੇ ਮੈਨੂੰ ਵੀ ਮੇਰੇ ਪ੍ਰਧਾਨ ਸਾਹਿਬ ਨੇ ਬੁਲਾਇਆ ਵੀ ਕਿ ਤੁਸੀਂ ਵੀ ਗੁਆਂਢ ਦੇ ਆ ਕੇ ਕੁਛ ਸੁਝਾਅ ਦਿਓ। ਅਤੇ ਅਸੀਂ ਇਹੀ ਚਾਹੁੰਦੇ ਸੀਗੇ ਕਿ ਉਹ ਪੋਤਰਾ ਜਿਹੜਾ ਆ ਉਹ ਬਾਬਾ ਜੀ ਦੇ ਆਪਣਿਆਂ ਨਾਲ ਮਿਲੇ ਅਤੇ ਮੇਲ ਮਿਲਾਪ ਹੋਵੇ ਅਤੇ ਬਾਬਾ ਜੀ ਦੀ ਪਰਮਿਸ਼ਨ ਲੈ ਕੇ ਉਸ ਪੋਤਰੇ ਨਾਲ ਗੱਲਬਾਤ ਕੀਤੀ ਜਾਵੇ। ਅਤੇ ਬਾਬਾ ਜੀ ਨੇ ਬੜਾ ਵਧੀਆ ਸੁਝਾਅ ਦਿੱਤਾ ਕਿ ਸਾਡਾ ਉਹੀ ਇੱਕ ਕੁਲਵਿੰਦਰ ਦੀ ਅੰਸ਼ ਵੰਸ਼ ਹੈ ਅਤੇ ਉਹਨੂੰ ਹੀ ਉਹ ਸਾਰੀ ਮਦਦ ਮਿਲਣੀ ਚਾਹੀਦੀ ਆ। ਅਤੇ ਅਸੀਂ ਪੋਤਰੇ ਨੂੰ ਇਹ ਹਦਾਇਤ ਕਰਾਂਗੇ ਕਿ ਤੇਰੀ ਬਾਬੇ ਨੇ ਇੰਨੀ ਮਦਦ ਕੀਤੀ ਹੈ ਅਤੇ ਤੈਨੂੰ ਵੀ ਬਾਬੇ ਦਾ ਸਾਥ ਦੇਣਾ ਚਾਹੀਦਾ ਅਤੇ ਬਾਬੇ ਦੇ ਕੋਲ ਜਾ ਕੇ ਉਹਦੀ ਸੇਵਾ ਕਰਨੀ ਚਾਹੀਦੀ ਆ। ਅਸੀਂ ਉਹਨੂੰ ਵੀ ਇਹ ਹਦਾਇਤ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਬਿਲਕੁਲ ਮੈਂ ਸਮਝਦਾ ਕਿ ਇੱਕ ਬੜਾ ਅੱਛਾ ਫੈਸਲਾ ਜਿਹੜਾ ਅਸੀਂ ਸਾਰਿਆਂ ਨੇ ਮਿਲ ਕੇ ਲਿਆ ਅਤੇ ਸਰਦਾਰ ਦਰਸ਼ਨ ਸਿੰਘ ਹੋਰਾਂ ਨੇ ਉਹਦੇ 'ਤੇ ਮੋਹਰ ਲਗਾਈ ਹੈ। ਸੋ ਇਹ ਸਾਡੇ ਸਤਿਕਾਰਯੋਗ ਸਰਦਾਰ ਕੁਲਵਿੰਦਰ ਸਿੰਘ ਸਤੌਰ ਪਿੰਡ ਹੈ ਜੀ, ਇੱਥੇ ਅਸੀਂ ਆਏ ਹੋਏ ਹਾਂ। ਸੋ ਇਹਨਾਂ ਦੇ ਵਿਛੋੜੇ ਦੇ ਉਸ ਦੁੱਖ ਦੀ ਘੜੀ ਦੇ ਵਿੱਚ ਅਸੀਂ ਇੱਥੇ ਸ਼ਾਮਲ ਹੋਏ ਹਾਂ ਜੀ। ਹੁਣ ਅਸੀਂ ਦੂਸਰੇ ਨਗਰ ਆ ਗਏ ਹਾਂ ਜੀ, ਜਿੱਥੇ ਕਿ ਕੁਲਵਿੰਦਰ ਸਿੰਘ ਦਾ ਪਰਿਵਾਰ, ਉਹਦੀ ਵਾਈਫ ਅਤੇ ਉਹਦਾ ਬੇਟਾ ਰਹਿੰਦੇ ਨੇ। ਉਸ ਘਰ ਦੇ ਵਿੱਚ ਅਸੀਂ ਹੁਣ ਪਹੁੰਚੇ ਹਾਂ ਅਤੇ ਜਿਵੇਂ ਕਿ ਆਪਾਂ ਪਿੱਛੇ ਗੱਲ ਕੀਤੀ ਸੀ ਕਿ ਉਹਨਾਂ ਦੇ ਬੇਟੇ ਦੇ ਵੈਲਫੇਅਰ ਦੇ ਵਾਸਤੇ ਜਾਂ ਉਹਦੀ ਚੰਗੀ ਅੱਗੋਂ ਜੀਵਨ ਵਾਸਤੇ ਇਹ ਜਿਹੜਾ ਸੇਵਾ ਜਿਹੜੀ ਹੈ ਇਹ ਭੇਟ ਕੀਤੀ ਜਾਏ। ਸੋ ਅਸੀਂ ਇੱਥੇ ਆ ਗਏ ਹਾਂ ਜੀ ਉਹਨਾਂ ਦੇ ਪਰਿਵਾਰ ਦੇ ਵਿੱਚ। ਸੋ ਸਾਰੇ ਜਿਹੜੇ ਸਾਡੇ ਟੀਮ ਅੱਜ ਸਵੇਰ ਦੀ ਜਿਹੜੀ ਸਾਡੀ ਚੱਲੀ ਹੋਈ ਸੀ, ਭਾਈ ਸਾਹਿਬ ਔਰ ਇੱਥੋਂ ਦੇ ਪ੍ਰਧਾਨ ਜੀ ਸਾਡੇ ਨਾਲ ਹਰਪਾਲ ਸਿੰਘ ਸੰਘਾ ਸਾਹਿਬ, ਸੋ ਇਹਨਾਂ ਦੇ ਸਾਰੇ ਟੀਮ ਮੈਂਬਰਸ। ਸੋ ਇਹ ਕੁਲਵਿੰਦਰ ਸਿੰਘ ਦੇ ਸੰਧੂ ਸਾਹਿਬ ਜਿਹੜੇ ਨੇ ਇਹ ਸਾਡੇ ਨਾਲ ਮੌਜੂਦ ਨੇ। ਕੀ ਨਾਮ ਹੈ ਜੀ ਤੁਹਾਡਾ? ਮੈਂ ਅਮਰਜੀਤ ਸਿੰਘ ਬਾਗਪੁਰ ਅੱਡੇ ਤੋਂ। ਪਿਛਲਾ ਪਿੰਡ ਮੇਰਾ ਬੱਲੋਵਾਲ ਜੀ ਅਤੇ ਕੁਲਵਿੰਦਰ ਸਿੰਘ ਮੇਰਾ ਛੋਟਾ ਸਾਂਢੂ ਸੀ। ਦਿੱਲੀ ਜਾਂਦਿਆਂ ਨੂੰ ਲੰਗਰ ਦੀ ਸੇਵਾ ਕਰਦਾ ਮੰਡੀ ਗੋਬਿੰਦਗੜ੍ਹ ਲਾਗੇ ਐਕਸੀਡੈਂਟ 'ਚ ਸ਼ਹੀਦ ਹੋ ਗਿਆ। ਉਹਨਾਂ ਦਾ ਇੱਕ ਬੱਚਾ ਜਸਪ੍ਰੀਤ ਅਤੇ ਬੀਬੀ ਸੁਰਿੰਦਰ ਕੌਰ, ਜੋ ਕਿ ਉਹਦੀ ਮੌਤ ਤੋਂ ਬਾਅਦ ਦਿਮਾਗੀ ਪਰੇਸ਼ਾਨੀ ਹੋ ਗਈ ਹੈ। ਅਤੇ ਅੱਜ ਸਾਡੇ ਵੀਰ ਜੀ ਇੰਗਲੈਂਡ ਤੋਂ ਸੰਗਤ ਇੱਥੇ ਦੇ ਪ੍ਰਧਾਨ ਜੀ ਬਹੁਤ ਸਾਰੇ ਸੰਗਤ ਆਈ ਹੈ
ਅਸੀਂ ਉਹਨੂੰ ਜੀਣਾ ਕਹਿੰਦੇ ਹਾਂ। ਸੋ ਅਸੀਂ ਇਸ ਪਰਿਵਾਰ ਦੇ ਵਿੱਚ ਪਹੁੰਚੇ ਹਾਂ ਤੇ ਸਾਡੇ ਨਾਲ ਉਹ ਕੁਲਵਿੰਦਰ ਸਿੰਘ ਦੇ ਘਰੋਂ ਸਾਡੇ ਭੈਣ ਜੀ ਉਹਨਾਂ ਦੇ ਨਾਲ ਗੱਲ ਕਰਦੇ ਹਾਂ। ਹਾਂਜੀ, ਕੀ ਨਾਮ ਭੈਣ ਜੀ ਤੁਹਾਡਾ? ਸੁਰਿੰਦਰ ਕੌਰ ਜੀ। ਸੋ ਅੱਜ ਅਸੀਂ ਕਾਫੀ ਲੰਬੀ ਵਿਚਾਰ ਕਰਕੇ ਜਿਵੇਂ ਤੁਹਾਨੂੰ ਵੀ ਦੱਸਿਆ ਤੇ ਅਸੀਂ ਚਾਹੁੰਦੇ ਹਾਂ ਕਿ ਜਿਹੜਾ ਸਾਡਾ ਪਰਿਵਾਰ ਹੈ, ਚਲੋ ਉਹ ਜਿਹੜਾ ਘਾਟਾ ਪੈ ਗਿਆ ਉਹ ਤਾਂ ਪੂਰਾ ਨਹੀਂ ਹੋ ਸਕਦਾ, ਅੱਗੋਂ ਤੁਸੀਂ ਆਪਣੀ ਸਹੀ ਸੇਧ ਲੈ ਸਕੋ। ਆ ਪਿੱਛੇ ਆਪਾਂ ਦੇਖ ਸਕਦੇ ਹਾਂ ਬੇਟਾ ਉਹਨਾਂ ਦਾ ਖੜਾ। ਕੀ ਨਾਮ ਬੇਟਾ ਤੁਹਾਡਾ? ਜਸਪ੍ਰੀਤ ਸਿੰਘ। ਜਸਪ੍ਰੀਤ ਸਿੰਘ। ਕੀ ਪੜ੍ਹਦੇ ਹੋ ਤੁਸੀਂ? ਮੈਂ +2 ਕਰਕੇ ਹਟਿਆ ਇਸੇ ਸਾਲ। ਅੱਛਾ ਜੀ। ਹਾਂਜੀ। ਸੋ +2 ਇਹਨਾਂ ਨੇ ਕਰ ਲਈ ਆ, ਜਸਪ੍ਰੀਤ ਸਿੰਘ ਨੇ। ਅੱਗੋਂ ਸਾਨੂੰ ਪਤਾ ਲੱਗਿਆ ਕਿ ITI ਦੇ ਵਿੱਚ ਦਾਖਲਾ ਲਿਆ ਸੀ। ਫਾਈਨੈਂਸ਼ੀਅਲੀ ਕਰਕੇ। ਹਾਂਜੀ ਹਾਂਜੀ, ITI ਚ ਲਿਆ ਸੀ। ITI ਦੇ ਵਿੱਚ ਦਾਖਲਾ ਲਿਆ ਸੀ ਪਰ ਫਾਈਨੈਂਸ਼ੀਅਲ ਪ੍ਰੋਬਲਮ ਕਰਕੇ ਉਹਨੂੰ ਕੰਟੀਨਿਊ ਨਹੀਂ ਕਰ ਪਾਏ। ਸੋ ਹੁਣ ਅਸੀਂ ਕੋਸ਼ਿਸ਼ ਕਰਦੇ ਹਾਂ ਸਾਰੇ ਪ੍ਰਧਾਨ ਸਾਹਿਬ ਹੋਰੀ ਸਾਰੀ ਇਹਨਾਂ ਦੀ ਟੀਮ ਤੇ ਇਹਦੀ ਪੜ੍ਹਾਈ ਅੱਗੋਂ ਕੰਟੀਨਿਊ ਰਹਿ ਸਕੇ। ਸੋ ਜਿਹੜੀ ਸੇਵਾ ਆਈ ਆ ਉਹ ਵੀ ਅਸੀਂ ਇਹਨਾਂ ਨੂੰ ਭੇਟ ਕਰਨੀ ਹੈ। ਤੇ ਵੱਡੀ ਗੱਲ ਜਿਹੜੀ ਮੈਂ ਸਮਝਦਾ ਕਿ ਇੱਕ ਸਾਡੀ ਇਸ ਡਿਸਕਸ਼ਨ 'ਚੋਂ ਨਿਕਲ ਕੇ ਆਈ ਹੈ ਜਿਹੜੀ ਹੁਣ ਤੱਕ ਕਿ ਇਹ ਬੇਟਾ ਜਿਹੜਾ ਵਾ ਉੱਥੇ ਜਾ ਕੇ ਆਪਣੇ ਦਾਦੇ ਕੋਲ ਉਹਨਾਂ ਦੇ ਕੋਲ ਰਹਿਣ ਦੇ ਵਾਸਤੇ ਰਾਜ਼ੀ ਆ। ਕਿਉਂ ਭੈਣ ਜੀ, ਕੀ ਕਹਿਣਾ ਚਾਹੁੰਦੇ ਹਾਂਜੀ ਠੀਕ ਆ ਜੀ, ਜਾਵਾਂਗੇ। ਸਾਡੇ ਪਿਤਾ ਸਮਾਨ ਆ ਉਹ। ਹਾਂਜੀ, ਅਸੀਂ ਉਹਨਾਂ ਦੀ ਸੇਵਾ ਕਰਾਂਗੇ। ਬੇਟਾ ਵੀ ਜਾਊਗਾ, ਮੇਰਾ ਬੇਟਾ ਵੀ ਜਾਊਗਾ। ਕਿਉਂ ਬੇਟਾ, ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਕਿਉਂਕਿ ਤੁਹਾਡੇ ਦਾਦਾ ਜੀ ਵੀ ਹੁਣ ਇਕੱਲੇ ਹੋ, ਤੁਹਾਡੇ ਦਾਦਾ ਜੀ ਨੇ ਸਾਨੂੰ ਤੁਹਾਡੇ ਕੋਲ ਭੇਜਿਆ ਕਿ ਇਹ ਸੇਵਾ ਤੁਸੀਂ ਜਿਹੜੀ ਆ ਤੁਸੀਂ ਉਹਦੀ ਵਾਸਤੇ ਵੈਲਫੇਅਰ ਵਾਸਤੇ ਉਹਦੀ ਪੜ੍ਹਾਈ ਵਾਸਤੇ ਦੇ ਕੇ ਆਓ। ਤੇ ਤੁਹਾਡਾ ਕਿੱਦਾਂ ਮਨ ਹੈ? ਕਿਉਂਕਿ ਵੇਖੋ ਹੁਣ ਜਿਹੜੇ ਤੁਹਾਡੇ ਕੁਲਵਿੰਦਰ ਸਿੰਘ ਫਾਦਰ ਸਾਹਿਬ ਤਾਂ ਉਹ ਹੁਣ ਚਲੇ ਗਏ ਨੇ, ਪਰ ਹੁਣ ਇਸ ਵੇਲੇ ਦਾਦਾ ਜੀ ਨੂੰ ਵੀ ਤੁਹਾਡੀ ਲੋੜ ਹੈ ਤੇ ਤੁਹਾਨੂੰ ਵੀ ਉਹਨਾਂ ਦੀ ਲੋੜ। ਹਾਂਜੀ, ਤੁਸੀਂ ਉਹਨਾਂ ਦੇ ਕੋਲ ਜਾਣਾ ਚਾਹੋਗੇ? ਹਾਂਜੀ, ਜਾਣਾ ਚਾਹਾਂਗੇ। ਹਾਂਜੀ। ਸੋ ਵੇਖੋ ਜੀ, ਇੱਕ ਹੋਰ ਬੜੀ ਵਧੀਆ ਗੱਲ ਮੈਂ ਸਮਝਦਾ ਅੱਜ ਵੇਖੋ ਆਪਾਂ ਸੇਵਾ ਤਾਂ ਕਾਫੀ ਅਰਸੇ ਤੋਂ ਕਰਦੇ ਆ ਰਹੇ ਹਾਂ ਤੇ ਵੇਖੋ ਬਹੁਤ ਹੀ ਸੁਲਝੇ ਹੋਏ ਸੱਜਣਾ ਨਾਲ ਅੱਜ ਤੁਸੀਂ ਵੀ ਮੇਰੇ ਖਿਆਲ ਉਹਦੇ ਵਿੱਚੋਂ 90% ਤਾਂ ਉਹਨੂੰ ਰਿਕਾਰਡ ਹੀ ਹੈ ਜੋ ਕੁਝ ਅੱਜ ਹੋਇਆ। ਸੋ ਸਰਦਾਰ ਹਰਪਾਲ ਸਿੰਘ ਸੰਘਾ ਸਾਹਿਬ, ਮੈਂ ਸਮਝਦਾ ਕਿ ਵੇਖੋ ਸਿਆਣੇ ਪੁਰਖਾਂ ਨੇ, ਭਾਈ ਰਣਜੀਤ ਸਿੰਘ, ਇਹ ਸਾਰੇ ਮਿਲ ਕਰਕੇ ਅੱਜ ਜਿਹੜੀ ਇਹ ਇਨੀਸ਼ੀਏਟਿਵ ਲਿਆ ਗਿਆ, ਮੈਂ ਸਮਝਦਾ ਇਹ ਪਰਿਵਾਰ ਦਾ ਇੱਕ ਇਸ ਢੰਗ ਨਾਲ ਮਿਲਣਾ ਆਪਣੇ ਆਪ ਦੇ ਵਿੱਚ ਇੱਕ ਵੱਡੀ ਗੱਲ ਹੈ ਜੀ, ਬਹੁਤ ਵੱਡੀ ਗੱਲ ਹੈ ਜੀ। ਅਸੀਂ ਕਹਿੰਦੇ ਵੀ ਦੇਖੋ ਤੁਸੀਂ ਮਦਦ ਲਈ ਆਏ, ਜੇ ਦੋ ਪਰਿਵਾਰ ਇਹਦੇ ਨਾਲ ਇਕੱਠੇ ਹੋ ਜਾਣ ਇਹ ਸਭ ਤੋਂ ਵੱਡੀ ਗੱਲ ਹੋ ਵੀ ਬਾਬੇ ਨੂੰ ਉਹਦਾ ਪੋਤਾ ਮਿਲ ਜੇ, ਇਹ ਇਕੱਠੇ ਮਿਲਣ ਲੱਪਣ। ਇਹ ਮਤਲਬ ਇਹ ਇੱਕ ਚਾਂਸ ਅਸੀਂ ਕਹਿ ਦਾਂਗੇ ਵੀ ਜਿਹੜਾ ਤੁਹਾਡੇ ਵੱਲੋਂ ਇਹ ਯਤਨ ਸੀਗਾ ਉਹਦੇ ਕਰਕੇ ਇਹ ਸਿਰੇ ਜਿਹੜਾ ਚੜ੍ਹ ਰਿਹਾ ਦੋਹਾਂ ਪਰਿਵਾਰਾਂ ਦੇ ਵਿੱਚ ਹੁਣ, ਕਿਉਂਕਿ ਇਹਦੇ ਬੱਚੇ ਦੇ ਪਿਤਾ ਦੀ ਜਿਹੜੀ ਮੌਤ ਹੋ ਗਈ ਆ ਉਹ ਰਿਹਾ ਨਹੀਂ ਤੇ ਉਹਨਾਂ ਨੂੰ ਵੀ ਹੁਣ ਬਾਬੇ ਨੂੰ ਵੀ ਲੱਗਦਾ ਵੀ ਮੇਰਾ ਜਿਹੜਾ ਜੇ ਖੂਨ ਆ ਉਹ ਮੇਰੇ ਪੋਤੇ ਦੇ ਵਿੱਚ ਆ, ਵੀ ਉਹ ਮੇਰਾ ਹੀ ਆ ਸਾਰਾ। ਤੇ ਉਹਨਾਂ ਨੇ ਵੀ ਆਪਣੀ ਇੱਛਾ ਪ੍ਰਗਟਾਈ ਆ। ਜਦੋਂ ਆਪਾਂ ਉੱਥੇ ਗਏ ਆ ਉਹਨਾਂ ਨੂੰ ਵੀ ਆਪਾਂ ਪੁੱਛਿਆ ਵੀ ਮਦਦ ਤਾਂ ਅਸਲ ਦੇ ਵਿੱਚ ਸਹੀ ਆ ਤੁਹਾਡੇ, ਵੀ ਅਸੀਂ ਉਹਨੂੰ ਬੱਚੇ ਨੂੰ ਦੇਣਾ ਚਾਹੁੰਦੇ, ਪੋਤੇ ਨੂੰ ਦੇਣਾ ਚਾਹੁੰਦੇ ਆ। ਤੇ ਉਹਨਾਂ ਨੇ ਵੀ ਇਸ ਗੱਲ ਦੇ ਵਿੱਚੋਂ ਕਿ ਕਿਹਾ ਸੀ ਵੀ ਹਾਂ ਜੇ ਤੁਸੀਂ ਉਹਨੂੰ ਦੇ ਦਿਓ ਤੇ ਮੈਨੂੰ ਵੀ ਇਤਰਾਜ਼ ਨਹੀਂ। ਤੇ ਜੇ ਅਸੀਂ ਉੱਥੇ ਕਿਹਾ ਸੀ ਵੀ ਤੁਹਾਨੂੰ ਸਮਾਂ ਕਿ ਤੁਹਾਡੇ ਜਿਹੜੇ ਪੋਤਾ ਹੈ ਉਹਨੂੰ ਤੁਹਾਡੇ ਕੋਲ ਆ ਕੇ ਰਹਿਣਾ ਚਾਹੀਦਾ, ਉਹਨਾਂ ਨੇ ਕਿਹਾ ਹਾਂ ਮੈਂ ਰੱਖਣ ਨੂੰ ਤਿਆਰ ਹਾਂ। ਉਹ ਵੀ ਮੈਨੂੰ ਕੋਈ ਇਤਰਾਜ਼ ਨਹੀਂ ਜੇ ਵੀ ਉਹ ਮੇਰੇ ਕੋਲ ਆ ਜੇ। ਅਸੀਂ ਕਹਿੰਦੇ ਜੇ ਸਾਡੇ ਯਤਨਾਂ ਦੇ ਨਾਲ ਜਾਂ ਇਹ ਸੰਗਤ ਜਿਹੜਾ TV ਆ, ਸੰਗਤ ਏਡ ਆ, ਇਹਨਾਂ ਦੀ ਮਦਦ ਦੇ ਨਾਲ ਜੇ ਦੋ ਪਰਿਵਾਰ ਵਿਛੜੇ ਇਕੱਠੇ ਹੋ ਜਾਂਦੇ ਆ, ਇਹ ਹੋਰ ਵੀ ਅਸੀਂ ਕਹਿੰਦੇ ਵੀ ਬਹੁਤ ਵੱਡੀ ਗੱਲ ਹੋਊਗੀ ਤੇ ਵੱਡੀ ਪ੍ਰਾਪਤੀ ਹੋਊਗੀ ਤੇ ਜੇ ਤੇ ਮਾਣ ਕੀਤਾ ਜਾਣਾ ਚਾਹੀਦਾ। ਤੇ ਜੇ ਮੈਂ ਸਮਝਦਾ ਰਹਿਮਤ ਵਾਲੀ ਗੱਲ ਹੈ, ਕਿਉਂਕਿ ਅੱਜ ਦੁਪਹਿਰ ਦੇ ਅਸੀਂ ਇਸ ਗੱਲ ਨੂੰ ਲੈ ਕੇ ਕਾਫੀ ਮੰਥਨ ਕਰਦੇ ਪਏ ਸੀ, ਬਹੁਤ ਇਹਦੇ ਤੇ ਵਿਚਾਰਾਂ ਹੋਈਆਂ। ਆਪਾਂ ਇਹਨੂੰ ਰੋਕ ਦਿੱਤਾ ਸੀ ਵੀ ਆਪਾਂ ਵੀ ਅਜੇ ਇਹਨੂੰ ਹੋਰ ਕਲੀਅਰ ਕਰ ਲਈਏ, ਕਿਉਂਕਿ ਹਾਂ ਅਸੀਂ ਸਮਝਦੇ ਵੀ ਜਿਹੜੇ ਇਹ ਪੈਸੇ ਆ ਵੀ ਇਹ ਯੋਗ ਹੱਥਾਂ ਦੇ ਵਿੱਚ ਜਾਣੇ ਚਾਹੀਦੇ ਆ। ਜਦੋਂ ਸਾਨੂੰ ਅਜੇ ਕਲੀਅਰ ਨਹੀਂ ਹੋ ਰਹੀ ਸੀ ਅਸੀਂ ਇਹਨੂੰ ਰੋਕ ਦਿੱਤਾ ਸੀ ਤੇ ਸਾਡੇ ਇੱਥੇ ਲਾਗੇ ਸਤਿਕਾਰਤ ਮਾਸਟਰ ਜੀ ਆ, ਅਸੀਂ ਉਹਨਾਂ ਦੀ ਰਾਏ ਲਈ, ਉਹਨਾਂ ਨੂੰ ਫੋਨ ਕਰਕੇ ਪੁੱਛਿਆ ਵੀ ਤੁਸੀਂ ਇਹ ਤੇ ਰਾਏ ਦੱਸੋ ਵੀ ਕੀ ਕਰਨਾ ਚਾਹੀਦਾ, ਸੁਲਝਿਓ ਆ। ਜਦੋਂ ਕਹਿੰਦੇ ਵੀ ਨਾ ਤੋਂ ਮਸਲਾ ਹੱਲ ਹੋਵੇ, ਕਹਿੰਦੇ ਕੰਧ ਦੀ ਵੀ ਸਲਾਹ ਲੈ ਲੈਣੀ ਚਾਹੀਦੀ ਆ। ਇਹ ਉਹ ਆ ਗੱਲ, ਅਸੀਂ ਉਹਨਾਂ ਦੀ ਸਲਾਹ ਲਈ, ਉਹ ਫਿਰ ਮੈਂ ਆ ਕੇ ਤੁਹਾਨੂੰ ਦੱਸੀ ਆ ਵੀ ਹਾਂ ਉਹਨਾਂ ਦਾ ਵੀ ਇਹ ਕਹਿਣਾ ਵੀ ਬੱਚੇ ਨੂੰ ਹੀ ਮਦਦ ਮਿਲਣੀ ਚਾਹੀਦੀ ਆ, ਬੱਚੇ ਦਾ ਭਵਿੱਖ ਬਣ ਜੇ। ਚਲੋ ਅਸੀਂ ਨਾਲ ਇਹ ਵੀ ਕਹਿੰਦੇ ਜੀ ਸਰਕਾਰ ਨੂੰ ਵੀ ਜਿਹੜੀ ਹੈਗੀ ਆ ਇਸ ਗੱਲ ਦੇ ਲਈ ਮੂਹਰੇ ਆਉਣਾ ਚਾਹੀਦਾ, ਸੈਂਟਰ ਸਰਕਾਰ ਨੂੰ ਵੀ ਆਉਣਾ ਚਾਹੀਦਾ ਤੇ ਪੰਜਾਬ ਸਰਕਾਰ ਨੂੰ ਵੀ ਆਉਣਾ ਚਾਹੀਦਾ।
ਇਹ ਜਿਹੜੀ ਬੇਲਾਗਤਾ ਬੇਵਾਸਤਾ ਆਪਣੇ ਦੇਸ਼ ਦੇ ਨਾਗਰਿਕਾਂ ਦੇ ਨਾਲ ਹੀ ਤੁਸੀਂ ਇਹ ਕਰ ਰਹੇ ਹੋ। ਇਹ ਜਿਹੜੀ ਆ ਜੇ ਤੁਸੀਂ ਇਹ ਇਸੇ ਤਰ੍ਹਾਂ ਕਰੋਗੇ ਤੁਹਾਡੇ ਕਰੈਕਟਰ ਨੂੰ ਨੰਗਾ ਕਰ ਦੂਗੀ ਵੀ ਤੁਸੀਂ ਜਿਹੜੇ ਹੈਗੇ ਆ ਆਮ ਲੋਕ ਜਿਹੜੇ ਤੁਹਾਡੇ ਏਜੰਡੇ ਤੇ ਹੈ ਨਹੀਂਗੇ। ਤੁਸੀਂ ਸਿਰਫ ਜੇ ਹੈਗਾ ਵੀ ਤਾਂ ਵੱਡਿਆਂ ਕਾਰਪੋਰੇਟਾਂ ਦੀ ਸੇਵਾ ਕਰ ਸਕਦੇ ਆ। ਜਿਹੜੇ ਗਰੀਬ ਆ ਦੁਖਿਆਰੇ ਆ ਜਿਨ੍ਹਾਂ ਦੇ ਇਸ ਵੇਲੇ ਇਹੋ ਜਿਹੀ ਉਮਰ ਦੇ ਵਿੱਚ ਜਿਨ੍ਹਾਂ ਦੇ ਸਿਰ ਤੋਂ ਬਾਪ ਦਾ ਸਾਇਆ ਉੱਠ ਗਿਆ, ਤੁਸੀਂ ਉਹਨਾਂ ਦੀ ਮਦਦ ਕਰਨ ਨੂੰ ਆਨਾਕਾਨੀ ਕਰਦੇ ਹੋ ਜਾਂ ਝਿਜਕ ਦਿਖਾਉਂਦੇ ਜਾਂ ਉਹਨਾਂ ਬਦਲੇ ਭੱਦੀ ਸ਼ਬਦਾਵਲੀ ਵਰਤਦੇ ਆ। ਇਸ ਕਰਕੇ ਸਰਕਾਰਾਂ ਨੂੰ ਜਿੰਨੀ ਛੇਤੀ ਇਹ ਗੱਲ ਸਮਝ ਆ ਜਾਏ ਉਨੀ ਛੇਤੀ ਸਮਝ ਲੈਣੀ ਚਾਹੀਦੀ ਆ। ਤੇ ਜਿਹੜੇ ਪਰਿਵਾਰ ਆ ਜਿਹੜੇ ਗਰੀਬ ਪਰਿਵਾਰ ਆ ਜਿਹੜੇ ਸੰਘਰਸ਼ ਦਾ ਹਿੱਸਾ ਬਣ ਗਏ ਸੀ, ਬਹੁਤ ਹੀ ਛੋਟੀਆਂ ਜ਼ਮੀਨਾਂ ਵਾਲੇ ਥੋੜ੍ਹੀਆਂ ਵੀ ਇਹ ਕਹਿ ਦੋ ਵੀ ਤਕਰੀਬਨ ਮਜ਼ਦੂਰਾਂ ਦੇ ਲਗਭਗ ਦੀ ਜਿਹੜੀ ਜ਼ਿੰਦਗੀ ਹੈ ਜੀਵ ਰਿਹਾ। ਜੇ ਕੁਛ ਕਨਾਲਾਂ 'ਚ ਜ਼ਮੀਨ ਹੋਵੇ ਤਾਂ ਕੋਈ ਬਹੁਤ ਵੱਡਾ ਕੋਈ ਲੈਂਡ ਲੋਡ ਨਹੀਂ ਹੁੰਦਾ ਉਹ। ਮਤਲਬ ਇਹੋ ਜਿਹੇ ਪਰਿਵਾਰਾਂ 'ਚੋਂ ਗਏ ਜਿਹੜੇ ਕਿਸੇ ਨਾ ਕਿਸੇ ਜਿਹੜੀ ਇੱਦਾਂ ਦੀ ਦੁਰਘਟਨਾ ਦਾ ਸ਼ਿਕਾਰ ਹੋ ਗਏ ਜਾਂ ਕੋਈ ਕਿਸੇ ਹੋਰ ਕਾਰਨ ਨਾਲ ਜਿਹੜੀ ਮੌਤ ਹੋ ਗਈ, ਉਹਨਾਂ ਦੀ ਮਦਦ ਲਈ ਹੱਥ ਵਡਾਉਣਾ ਚਾਹੀਦਾ। ਜੇ ਇਹ ਸੰਸਥਾਵਾਂ ਦੂਜੇ ਦੇਸ਼ਾਂ 'ਚੋਂ ਬੈਠ ਕੇ ਇੱਥੇ ਮਦਦ ਕਰ ਸਕਦੀਆਂ ਤੇ ਸਾਡੀਆਂ ਹਕੂਮਤਾਂ ਜਿਹੜੀਆਂ ਕਹਿੰਦੀਆਂ ਅਸੀਂ ਲੋਕਾਂ ਖਾਤਰ ਆ ਤੇ ਉਹਨਾਂ ਨੂੰ ਇਹ ਉਹਨਾਂ ਤੋਂ ਵੀ ਪਹਿਲਾਂ ਕਰਨੀ ਚਾਹੀਦੀ ਆ ਵੀ ਅਫਸਰਸ਼ਾਹੀ ਲਾਲ ਫੀਤਾਸ਼ਾਹੀ ਦੇ ਝੰਡੇ 'ਚ ਫਸ ਕੇ ਵੀ ਨਹੀਂ ਰਹਿ ਜਾਣਾ ਚਾਹੀਦਾ। ਇਹਦੀ ਮਦਦ ਹੋਣੀ ਚਾਹੀਦੀ ਹੈ ਜਿੰਨੀ ਜਲਦੀ ਤੋਂ ਤੁਸੀਂ ਐਲਾਨੋ। ਇਹ ਤੋਂ ਇਲਾਵਾ ਸੈਂਟਰ ਸਰਕਾਰ ਜਿਹੜੇ ਵੱਖਰਾ ਐਲਾਨ ਕਰਨਾ ਉਹਨੂੰ ਕਰਨਾ ਚਾਹੀਦਾ ਤੇ ਮਦਦ ਕਰਨੀ ਚਾਹੀਦੀ। ਨਹੀਂ ਤਾਂ ਲੋਕੀ ਜਿਹੜੇ ਹੈਗੇ ਆ ਲੋਕੀ ਹੀ ਅਸਲ ਦੇ ਵਿੱਚ ਸਮੇਂ ਦੇ ਜੱਜ ਹੁੰਦੇ ਆ ਤੇ ਜਿਹੜਾ ਉਹ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰ ਦਿੰਦੇ ਹੁੰਦੇ ਆ, ਕਿਸੇ ਦਾ ਲਿਹਾਜ਼ ਨਹੀਂ ਕਰਦੇ। ਸੋ ਬਿਲਕੁਲ ਆਵਾਮ ਹੀ ਸਰਕਾਰ ਬਣਾਉਂਦਾ ਹੈ, ਲੋਕਤੰਤਰ ਹੈ ਇੱਥੇ। ਤੇ ਮੈਂ ਸਮਝਦਾ ਜਿਹੜੀ ਗੱਲ ਪ੍ਰਧਾਨ ਸਾਹਿਬ ਨੇ ਕੀਤੀ ਬੜੀ ਵਜ਼ਨਦਾਰ ਹੈ। ਸੋ ਜਸਪ੍ਰੀਤ ਸਿੰਘ ਬੱਚੇ ਨੂੰ ਅਸੀਂ ਇੱਥੇ ਚਾਹਾਂਗੇ। ਆਲੋ ਬੱਚੇ ਨੂੰ ਆਲੋ ਇਹ ਕਰਕੇ ਇਹ ਤੇਰੀ ਮਦਦ ਲਈ ਤੇਰੇ ਭਵਿੱਖ। ਸੋ ਇਹ ਸੇਵਾ ਜਿਹੜੀ ਹੈ ਰਕਮ ਛੋਟੀ ਹੈ ਥੋੜੀ ਹੈ। ਕੁਲਵਿੰਦਰ ਸਿੰਘ ਦੇ ਬੱਚੇ ਜਸਪ੍ਰੀਤ ਸਿੰਘ ਨੂੰ ਇਹ 1 ਲੱਖ ਦੀ ਸੇਵਾ ਜਿਹੜੀ ਹੈ ਸੰਗਤ ਏਡ ਵੱਲੋਂ ਉਹ ਭੇਟ ਕੀਤੀ ਗਈ ਹੈ। ਨਾਲ ਉਹਦੇ ਮਾਤਾ ਜੀ ਖੜੇ ਨੇ ਤੇ ਉਹਦੇ ਮਾਸੜ ਜੀ ਵੀ ਨਾਲ ਨੇ। ਸੋ ਅੱਜ ਸਾਡਾ ਨਾਲ ਇਹ ਵੀ ਪ੍ਰਯੋਜਨ ਰਿਹਾ ਜਿਹਦੇ 'ਚ ਮੈਨੂੰ ਲੱਗਦਾ ਕਿ ਅਸੀਂ ਕਾਫੀ ਹੱਦ ਤੱਕ ਸਫਲ ਹੋ ਚੁੱਕੇ ਹਾਂ ਤੇ ਆਉਂਦੇ ਸਮੇਂ ਦੇ ਵਿੱਚ ਸਾਨੂੰ ਸਮਾਂ ਲੱਗਿਆ ਪ੍ਰਧਾਨ ਸਾਹਿਬ ਜੀ ਦੇ ਨਾਲ ਅਸੀਂ ਚਾਹਾਂਗੇ ਕਿ ਪਰਿਵਾਰ ਇਕੱਠੇ, ਕਿਉਂਕਿ ਉੱਥੇ ਵੀ ਬਜ਼ੁਰਗਾਂ ਨੂੰ ਘਾਟ ਹੈ ਤੇ ਕੁਲਵਿੰਦਰ ਸਿੰਘ ਤਾਂ ਚਲੋ ਹੁਣ ਚਲਾ ਗਿਆ, ਪਰ ਜੇ ਮਿਲ ਕੇ ਚੱਲਣ ਤੇ ਪਰਿਵਾਰ ਇੱਦਾਂ ਹੀ ਏਕੇ ਨਾਲ ਅੱਗੇ ਵਧਣ ਤੇ ਮੈਂ ਸਮਝਦਾ ਕਿ ਸੰਗਤ ਏਡ ਦੀ ਸੇਵਾ ਜਿਹੜੀ ਹੈ ਹੋਰ ਸਫਲੀ ਹੋਏਗੀ ਜੇ ਇਸ ਢੰਗ ਦੇ ਨਾਲ ਇਹ ਵਿਛੜੇ ਪਰਿਵਾਰ ਜੁੜ ਜਾਣਗੇ। ਤੇ ਮੈਂ ਸਮਝਦਾ ਤੁਹਾਡੀਆਂ ਸਾਰੀਆਂ ਸੰਗਤ ਦੀਆਂ ਅਸੀਸਾਂ ਇਸ ਬੱਚੇ ਨੂੰ ਵੀ ਵੇਖੋ। ਕਈ ਵਾਰੀ ਆਪਾਂ ਸੋਚਦੇ ਆ ਨਾ ਕਿ ਇੰਨੇ ਕੁ ਨਾਲ ਕੀ ਫਰਕ ਪੈਣਾ, ਪਰ ਵੇਖੋ ਫੀਸ ਦੇ ਚੱਕਰ ਦੇ ਵਿੱਚ ਬੱਚਾ ਐਡਮਿਸ਼ਨ ਲੈ ਕੇ ਛੱਡ ਚੁੱਕਾ। 80% ਪਲੱਸ 2 ਦੇ ਇਹਦੇ ਮਾਰਕਸ ਆਏ ਨੇ, ਹੁਣੇ ਸਾਨੂੰ ਦੱਸਿਆ ਗਿਆ ਭੈਣ ਜੀ ਹੋਰਾਂ ਵੱਲੋਂ। ਤੇ ਵੇਖੋ ਆਪਣੀ ਟ੍ਰੇਡ ਲੈ ਕੇ ਜੁਆਇਨ ਵੀ ਕੀਤਾ, ਪਰ ਫੀਸ ਨਾ ਅਦਾ ਕਰਨ ਕਰਕੇ ਉਹਨੂੰ ਉੱਥੋਂ ਮਤਲਬ ਆਪਣਾ ਕੋਰਸ ਛੱਡਣਾ ਪਿਆ। ਸੋ ਹੁਣ ਅਸੀਂ ਸਾਰੇ ਪੱਖਾਂ ਤੋਂ ਕੋਸ਼ਿਸ਼ ਕਰਾਂਗੇ ਕਿ ਇਹਦੀ ਉਸ ਪੜ੍ਹਾਈ ਵੀ ਅੱਗੇ ਵਧੇ ਤੇ ਨਾਲ ਹੀ ਨਾਲ ਇਹ ਪਰਿਵਾਰ ਵੀ ਆਪਸ ਦੇ ਵਿੱਚ ਮਿਲਵਰਤਨ ਦੇ ਨਾਲ ਅੱਗੇ ਵਧਣ। ਸੋ ਭਾਈ ਸਾਹਿਬ ਦਾ ਵੀ ਇਹਦੇ ਵਿੱਚ ਯੋਗਦਾਨ ਰਹੇਗਾ। ਇਹਨਾਂ ਨੂੰ ਆਪਸ ਦਾਦੇ ਪੋਤੇ ਨੂੰ ਤੇ ਭੈਣ ਜੀ ਹੋਰਾਂ ਨੂੰ ਮਿਲਾਉਣ ਦੇ ਵਾਸਤੇ ਮੈਂ ਸਮਝਦਾ ਤੁਸੀਂ ਵੀ ਆਪਣਾ ਯੋਗਦਾਨ ਜ਼ਰੂਰ। ਮੈਂ ਇਹਨਾਂ ਦੋਨਾਂ ਨੂੰ ਮਾਂ ਪੁੱਤ ਨੂੰ ਆਪਣੇ ਵੱਲੋਂ ਨਾਲ ਲੈ ਕੇ ਜਾਵਾਂਗਾ ਔਰ ਬਜ਼ੁਰਗ ਤਾਂ ਮੇਰੀ ਬਹੁਤ ਹੀ ਇੱਜ਼ਤ ਕਰਦੇ ਆ ਮੇਰਾ ਤੇ ਮੈਂ ਬੱਚਾ ਵੀ ਮੈਨੂੰ ਕਹਿੰਦਾ ਸੀ ਜਾਣ ਵਾਸਤੇ, ਲੇਕਿਨ ਕੁਝ ਕਾਰਨਾਂ ਕਰਕੇ ਚਲੋ ਹੁਣ ਤੁਸੀਂ ਚਲੋ ਇਹਨੂੰ ਇੱਕ ਕਰਿਓ ਜਿਹੜੇ ਨੇ ਉਹਨਾਂ ਨੂੰ ਪਿੱਛੇ ਛੱਡ ਕੇ ਹੁਣ ਤੁਸੀਂ ਇਹਨਾਂ ਗੱਲਾਂ ਨੂੰ ਪਿੱਛੇ ਛੱਡ ਕੇ ਬਿਲਕੁਲ ਮੈਂ ਖੁਦ ਇਹਨਾਂ ਨੂੰ ਲੈ ਕੇ ਕਾਕੇ ਨੂੰ ਜਾਵਾਂਗਾ ਬਾਬੇ ਨੂੰ ਮਿਲਾਉਣ ਲਈ। ਬਾਬੇ ਦੀ ਇਹ ਕਹਿੰਦਾ ਮੈਂ ਸੇਵਾ ਕਰਾਂਗਾ, ਮੈਂ ਖੁਦ ਨਾਲ ਲੈ ਕੇ ਜਾਵਾਂਗਾ ਜੀ। ਸੋ ਬਿਲਕੁਲ ਮੈਂ ਸਮਝਦਾ ਜੇ ਅਸੀਂ ਇਸ ਕਾਰਜ ਦੇ ਵਿੱਚ ਵੀ ਮਹਾਰਾਜ ਸਾਨੂੰ ਸਫਲਤਾ ਹੀ ਬਖਸ਼ਣ ਤੇ ਇਹ ਸੇਵਾ ਹੋਰ ਵੱਡੀ ਹੋ ਜਾਏਗੀ ਕਿ ਇਹਨਾਂ ਪਰਿਵਾਰਾਂ ਦੇ ਨਾਲ ਵੇਖੋ ਆਪਾਂ ਸਮਝ ਹੀ ਸਕਦੇ ਹਾਂ ਕਿ ਇਸ ਉਮਰ ਦੇ ਵਿੱਚ ਪਲੱਸ 2 ਅਜੇ ਕੀਤੀ ਹੈ ਬੱਚੇ ਨੇ ਤੇ ਕਿੰਨੀ ਲੋੜ ਹੁੰਦੀ ਹੈ ਇੱਥੇ ਪਿਤਾ ਦੇ ਸਾਏ ਦੀ। ਸੋ ਜੋ ਸਾਇਆ ਉਸ ਢੰਗ ਨਾਲ ਨਹੀਂ ਰਿਹਾ ਤੇ ਦਾਦਾ ਪਰਿਵਾਰ ਇਹ ਸਾਰਾ ਇਕੱਠਾ ਹੋ ਜਾਏ ਤੇ ਮੈਂ ਸਮਝਦਾ ਇੱਕ ਬੜੀ ਵੱਡੀ ਸਾਡੀ ਇਹਦੇ 'ਚ ਪ੍ਰਾਪਤੀ ਹੋਏਗੀ। ਸੋ ਸਾਡੇ ਭਾਈ ਸਾਹਿਬ ਕਿਉਂਕਿ ਇਹਦੇ ਕੋਰਸ ਦੀ ਵੀ ਜਿਹੜੀ ਗੱਲ ਹੋ ਰਹੀ ਹੈ ਮੈਂ ਸਮਝਦਾ ਉਹਦੇ 'ਚ ਸਾਨੂੰ ਸਾਰਿਆਂ ਨੂੰ ਸਹਿਯੋਗ ਕਰਨਾ ਪਏਗਾ ਵੀ ਇਹਦਾ ਕੋਰਸ ਜਿਹੜਾ ਇਹਨੂੰ ਕੈਰੀ ਔਨ ਕੀਤਾ ਜਾ ਸਕੇ। ਹਾਂਜੀ, ਇਹ ਜਿਹੜਾ ਬੱਚਾ ਸਰਦਾਰ ਕੁਲਵਿੰਦਰ ਸਿੰਘ ਜੀ ਦਾ ਜਿਹੜੀ ਕਿ ਇਹਨਾਂ ਨੇ ਸਾਨੂੰ ਦੱਸਿਆ ਸੰਗਤ ਟੀਵੀ ਦੇ ਮਾਧਿਅਮ ਰਾਹੀਂ ਵੀ ਜਦੋਂ ਅਸੀਂ ਟੀਮ ਦੇ ਨਾਲ ਆਏ ਹਾਂ ਵੀ ਮੈਂ ਉੱਥੇ ਜਿਹੜੀ ਆਪਣੀ ਐਡਮਿਸ਼ਨ
ਵਾਪਸ ਲੈ ਲਈ ਆ, ਮੈਂ ਨਹੀਂ ਜਾ ਸਕਿਆ। ਅਸੀਂ ਕੋਸ਼ਿਸ਼ ਕਰਾਂਗੇ ਆਜ਼ਾਦ ਕਿਸਾਨ ਕਮੇਟੀ ਵੱਲੋਂ ਵੀ ਅਸੀਂ ਇਸ ਬੱਚੇ ਦੇ ਨਾਲ ਜਾ ਕੇ ਪ੍ਰਿੰਸੀਪਲ ਸਾਹਿਬ ਨੂੰ ਬੇਨਤੀ ਕਰਾਂਗੇ, ਜੋ ਸਾਡੇ ਕੋਲੋਂ ਜਿੰਨੀ ਕੋਸ਼ਿਸ਼ ਹੋ ਸਕੀ ਅਸੀਂ ਵੱਧ ਤੋਂ ਵੱਧ ਇਸ ਬੱਚੇ ਦੀ ਉੱਥੇ ਜਾ ਕੇ ਮਦਦ ਕਰਾਂਗੇ ਔਰ ਐਡਮਿਸ਼ਨ ਇਹਨੂੰ ਦਵਾਵਾਂਗੇ ਜਾ ਕੇ, ਤੇ ਜੋ ਵੀ ਇਹ ਕਰਨਾ ਚਾਹੁੰਦਾ ਪੜ੍ਹਾਈ ਦੇ ਵਿੱਚ ਅਸੀਂ ਇਹਦੀ ਮਦਦ ਕਰਾਂਗੇ। ਡੀਸੀ ਸਾਹਿਬ ਨੂੰ ਕਹਿਣਾ ਪਵੇ ਜੀ, ਅਸੀਂ ਜੋ ਵੀ ਕਰਨਾ ਪਿਆ ਕਰਾਂਗੇ। ਕਹਿਣਾ ਪਵੇ ਜਾ ਕੇ ਇਸ ਗੱਲ ਲਈ। ਹਾਂਜੀ, ਇੱਥੋਂ ਆਪਣੇ ਡਿਪਟੀ ਕਮਿਸ਼ਨਰ ਸਾਹਿਬ ਨੂੰ ਕਹਿਣਾ ਪਵੇ ਇਸ ਬੱਚੇ ਦੇ ਦਾਖਲੇ ਲਈ ਭਾਵੇਂ ਸਾਨੂੰ ਸਪੈਸ਼ਲ ਪਰਮਿਸ਼ਨ ਲੈਣੀ ਪਵੇ, ਅਸੀਂ ਲੈ ਕੇ ਇਹਨਾਂ ਦੀ ਜਿਹੜੀ ਮਦਦ ਆ ਉਹ ਕਰਵਾਵਾਂਗੇ ਜੀ। ਬਿਲਕੁਲ ਮੈਂ ਸਮਝਦਾ ਕਿ ਪ੍ਰਧਾਨ ਸਾਹਿਬ ਸੰਘਾ ਸਾਹਿਬ ਨੇ ਜਿਹੜੀ ਗੱਲ ਕੀਤੀ ਹੈ ਵੀ ਹਰ ਪੱਧਰ ਤੱਕ ਇਸ ਬੱਚੇ ਦੀ, ਇਸ ਪਰਿਵਾਰ ਦੀ ਮਦਦ ਕੀਤੀ ਜਾਏਗੀ। ਸੋ ਮੈਂ ਸਮਝਦਾ ਕਿ ਇਸ ਢੰਗ ਦੇ ਨਾਲ ਇਹ ਜਿਹੜਾ ਗੁਰੂ ਸਾਹਿਬ ਦੀ ਮਿਹਰ ਦੇ ਨਾਲ ਤੇ ਆਪ ਸਭ ਸੰਗਤਾਂ ਦੇ ਸਹਿਯੋਗ ਦੇ ਨਾਲ ਇਹ ਜੋ ਕਾਰਜ ਹੋਇਆ, ਬੜਾ ਇੱਕ ਮਨ ਨੂੰ ਸਕੂਨ ਹੈ ਤੇ ਬੜੀ ਇੱਕ ਇਸ ਗੱਲ ਦੀ ਪ੍ਰਸੰਨਤਾ ਵੀ ਹੈ ਕਿ ਇਹ ਕਾਰਜ ਇਸ ਢੰਗ ਦੇ ਨਾਲ ਹੋਇਆ ਤੇ ਵਿਛੜੇ ਪਰਿਵਾਰ ਜਿਹੜੇ ਨੇ ਉਹ ਜੁੜੇ ਨੇ। ਸੋ ਮੈਂ ਸਮਝਦਾ ਭਾਈ ਰਣਧੀਰ ਸਿੰਘ ਜੀ ਅੱਜ ਆ ਜਿਹੜਾ ਕਾਰਜ ਮਹਾਰਾਜ ਦੀ ਮਿਹਰ ਦੇ ਨਾਲ ਹੋਇਆ, ਕਿਵੇਂ ਦੇਖਦੇ ਹੋ ਜੀ? ਵੇਖੋ ਪਰਿਵਾਰ ਜਿਹੜੇ ਵਿਛੜੇ ਸੀਗੇ, ਜੇ ਮਹਾਰਾਜ ਦੀ ਮਿਹਰ ਨਾਲ ਜੇ ਮਿਲ ਜਾਣ ਤੇ ਬੜੀ ਵੱਡੀ ਗੱਲ ਹੈ। ਗੁਰਪ੍ਰੀਤ ਸਾਹਿਬ ਸਿੰਘ ਜੀ, ਪਹਿਲਾਂ ਦੁਪਹਿਰੇ ਵੀ ਅਸੀਂ ਇਸ ਪਿੰਡ ਵਿੱਚ ਆਏ ਸੀ, ਪਰ ਉਸ ਵੇਲੇ ਅਸੀਂ ਇਸ ਜੋ ਆਪ ਸੰਗਤਾਂ ਦੀ ਦਿੱਤੀ ਹੋਈ ਮਾਇਆ ਹੈ ਵੀ ਇਹਦੇ ਸਹੀ ਵਾਰਸ ਕੌਣ ਆ ਉਹਦੇ ਬਾਰੇ ਅਸੀਂ ਫੈਸਲਾ ਨਹੀਂ ਕਰ ਸਕੇ ਸੀ। ਪਰ ਉਸ ਤੋਂ ਬਾਅਦ ਫਿਰ ਸੰਘਾ ਸਾਹਿਬ ਜੀ ਜੋ ਪ੍ਰਧਾਨ ਨੇ ਦੁਆਬਾ ਯੂਨੀਅਨ ਦੇ, ਉਹਨਾਂ ਨੇ ਆਜ਼ਾਦ ਕਿਸਾਨ ਕਮੇਟੀ ਦੇ ਦੁਆਬਾ, ਉਹਨਾਂ ਨੇ ਹੋਰ ਵੀ ਸਿਆਣੇ ਸੱਜਣਾ ਦੀ ਫੋਨ ਕਰ ਕਰਕੇ ਸਲਾਹ ਲਈ। ਸੋ ਉਹਨਾਂ ਨੂੰ ਜਿਹੜੀ ਸਲਾਹ ਦਿੱਤੀ, ਫਿਰ ਅਸੀਂ ਚਾਹੁੰਦੇ ਸੀ ਕਿ ਇਸ ਸਲਾਹ ਦੇ ਉੱਤੇ ਭਾਈ ਕੁਲਵਿੰਦਰ ਸਿੰਘ ਦੇ ਪਿਤਾ ਜੀ ਐਗਰੀ ਹੋਣੇ ਜ਼ਰੂਰੀ ਚਾਹੀਦੇ ਆ। ਸੋ ਜਦੋਂ ਘਰ ਗਏ ਉਹਨਾਂ ਨੇ ਵੀ ਬਹੁਤ ਖੁਸ਼ੀ ਇਸ ਸੰਘਾ ਸਾਹਿਬ ਜੀ ਦਾ ਜੋ ਉਹਨਾਂ ਨੂੰ ਪ੍ਰਪੋਜ਼ਲ ਸੀ, ਸੁਝਾਅ ਸੀਗਾ, ਉਹਨਾਂ ਨੇ ਨਾਲ ਸਹਿਮਤੀ ਦੇ ਦਿੱਤੀ। ਔਰ ਸਾਡੇ ਜਿਹੜੀ ਮਨ ਦੀ ਜਿਹੜੀ ਸੀਗੀ ਸਾਡੀ ਅਨਬੈਲੈਂਸ ਸੀਗੇ, ਅਸੀਂ ਡਿਸੀਜਨ ਨਹੀਂ ਸੀ ਲੈ ਸਕਦੇ, ਉਹ ਸਾਡਾ ਬਹੁਤ ਉਹਨਾਂ ਨੇ ਬਜ਼ੁਰਗਾਂ ਨੇ ਸੁਖਾਲਾ ਕੰਮ ਕਰ ਦਿੱਤਾ, ਬੜਾ ਸਮੂਥ। ਸੋ ਮੈਂ ਉਹਨਾਂ ਬਜ਼ੁਰਗਾਂ ਦਾ, ਭਾਈ ਦਰਸ਼ਨ ਸਿੰਘ ਜੀ ਦਾ ਫੇਰ ਦੁਬਾਰਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਇਹ ਜੋ ਅੱਜ ਅਸੀਂ ਫੈਸਲਾ ਦੁਪਹਿਰੇ ਨਹੀਂ ਸੀ ਕਰ ਸਕੇ, ਸ਼ਾਮ ਨੂੰ ਮਹਾਰਾਜ ਨੇ ਕਿਰਪਾ ਕੀਤੀ, ਸੱਚੇ ਪਾਤਸ਼ਾਹ ਨੇ, ਕਿ ਉਹਨਾਂ ਦੇ ਹੋ ਗਿਆ। ਅਤੇ ਨਾਲ ਹੀ ਜਦੋਂ ਇੱਥੇ ਆਏ ਆ, ਜਿਹੜਾ ਭੈਣ ਜੀ ਹੁਣਾਂ ਨੇ ਵੀ ਇਸ ਗੱਲ ਨੂੰ ਬਹੁਤ ਹੁੰਗਾਰਾ ਦਿੱਤਾ, ਅਤੇ ਬੱਚਾ ਵੀ ਚਾਹੁੰਦਾ ਆ ਕਿ ਬਾਪ ਨਾਲੋਂ ਤਾਂ ਉਹ ਤਾਂ ਬਿਨਾਂ ਮਿਲਿਆ ਵਿਛੜੇ ਚਲੇ ਗਏ। ਹਾਂਜੀ, ਅਤੇ ਹੁਣ ਜਿਹੜਾ ਰਹਿੰਦਾ ਸਮਾਂ ਆ ਇਹ ਦੁੱਖ ਦੀ ਘੜੀ ਇਹ ਇਕੱਠੇ ਹੋ ਕੇ ਕੱਟਣ, ਇਹ ਗੱਲ ਜਿਹੜੀ ਗੱਲ ਹੋਈ ਆ, ਸਾਧ ਸੰਗਤ ਜੀ ਤੁਹਾਡੀ ਦਿੱਤੀ ਹੋਈ ਮਾਇਆ ਨੇ ਪਤਾ ਨਹੀਂ ਇਹ ਪਰਿਵਾਰ ਨੂੰ ਹੀ ਨੇੜੇ ਕਰਨਾ ਸੀਗਾ। ਮਾਇਆ ਤਾਂ ਇਹ ਕੁਛ ਵੀ ਨਹੀਂ 1 ਲੱਖ ਦੇ ਨਾਲ ਇਸ ਬੱਚੇ ਦੇ ਕਿਹੜੇ ਕਿੰਨੇ ਕੁ ਦਿਨ ਇੱਥੇ ਆਪ ਸਾਰੇ ਜਾਣਦੇ ਹੋ, ਇੱਥੇ ਆਉਂਦੇ ਹੋ, ਪਰ ਇਹ ਇੱਕ ਤੁਹਾਡਾ ਹੌਸਲਾ ਆ ਪਰਿਵਾਰ ਨੂੰ ਜਿਹੜਾ ਅਸੀਂ ਉੱਥੇ ਉਹਨਾਂ ਨੂੰ ਦੇ ਰਹੇ ਹਾਂ। ਸੋ ਮੈਂ ਉਮੀਦ ਕਰਦਾ ਕਿ ਬੱਚਾ ਵਧੀਆ ਪੜ੍ਹਾਈ ਕਰੇ, ਔਰ ਅਸੀਂ ਪ੍ਰਧਾਨ ਜੀ ਹੁਣਾਂ ਨੂੰ ਬੇਨਤੀ ਕਰਦੇ ਹਾਂ ਕਿ ਤੁਸੀਂ ਇਸ ਪਰਿਵਾਰ ਨਾਲ ਟੱਚ ਰਹੋ, ਇਸ ਬੱਚੇ ਦਾ ਫਿਊਚਰ ਜਿਹੜਾ ਹੈ ਉਹ ਉਹ ਤੁਹਾਡੇ ਹੱਥ ਵਿੱਚ ਹੈ, ਤੁਸੀਂ ਨਾਲ ਇਹਦੀ ਮਦਦ ਕਰੋ। ਸਾਰੇ ਜਿੰਨੇ ਵੀ ਸੱਜਣ ਇੱਥੇ ਆਏ ਆ, ਜਿੰਨੇ ਜੋਗੇ ਅਸੀਂ ਹਾਂ, ਜੇ ਕੋਈ ਸਾਡੇ ਉੱਧਰੋਂ ਸੰਗਤ ਟਰੱਸਟ ਦੀ ਕਿਸੇ ਵੇਲੇ ਕੋਈ ਫੀਲ ਕਰਨਗੇ ਅਸੀਂ ਇਹਦੇ ਵਿੱਚ ਨਾਲ ਕੁਛ ਯੋਗਦਾਨ ਪਾਈਏ, ਹਿੱਸਾ ਪਾਵੇ ਸੰਗਤ ਇੰਗਲੈਂਡ ਦੀ, ਅਤੇ ਸਾਨੂੰ ਵੀ ਇਨਫੋਰਮ ਕਰਦੇ ਰਹਿਣ। ਪਰ ਇਹਦੀ ਪੜ੍ਹਾਈ ਨੂੰ ਜ਼ਰੂਰ, ਇਹਨੂੰ ਜਿੱਥੇ ਤੱਕ 80% ਤੋਂ ਉੱਤੇ ਨੰਬਰ ਲੈ ਕੇ ਪਾਸ ਹੋਇਆ ਬੱਚਾ 12ਵੀਂ 'ਚੋਂ, ਕੋਈ ਜਦੋਂ ਪਰਿਵਾਰ ਦੇ ਵਿੱਚ ਅਨਬੈਲੈਂਸ ਹੁੰਦਾ ਆ, ਮਾਂ ਬਾਪ ਇਕੱਠੇ ਨਹੀਂ ਰਹਿੰਦੇ ਹੁੰਦੇ, ਅਤੇ ਮਾਨਸਿਕਤਾ 'ਤੇ ਬੱਚਿਆਂ ਦੀ 'ਤੇ ਬਹੁਤ ਅਸਰ ਪੈਂਦਾ। ਪਰ ਇਹ ਬੱਚਾ ਮਾਨਸਿਕ ਤੌਰ 'ਤੇ ਬਹੁਤ ਤਕੜਾ ਹੋਏਗਾ, ਜਿਸ ਨੇ ਇਹ ਇੱਦਾਂ ਦੇ ਹਾਲਾਤਾਂ ਵਿੱਚ ਵੀ ਆਪਣੇ ਨੇ ਨੰਬਰ ਲਏ ਆ, ਅਤੇ ਇਹਨੂੰ ਸਾਰੇ ਆਪਾਂ ਸਪੋਰਟ ਕਰੀਏ ਅਤੇ ਬਹੁਤ ਆਪਣੇ ਪੈਰਾਂ 'ਤੇ ਖੜ੍ਹਾ ਹੋਏਗਾ, ਆਪਣੀ ਮਾਤਾ ਦੀ ਵੀ ਸੇਵਾ ਕਰੇਗਾ, ਆਪਣੇ ਬਾਬੇ ਦੀ ਵੀ ਸੇਵਾ ਕਰੇਗਾ। ਸੋ ਸਾਧ ਸੰਗਤ ਜੀ, ਤੁਹਾਡਾ ਹੀ ਧੰਨਵਾਦ ਆ ਜਿਹਨਾਂ ਕਰਕੇ ਸਾਨੂੰ ਇਹਨਾਂ ਸੰਗਤਾਂ ਦੇ, ਇਹਨਾਂ ਗੁਰਸਿੱਖਾਂ ਦੇ, ਇਹਨਾਂ ਪਰਿਵਾਰਾਂ ਦੇ ਜਿਨ੍ਹਾਂ ਨੇ
ਸਾਡੇ ਸਾਰੇ ਪੰਜਾਬ ਦੇ ਜ਼ਿਮੀਂਦਾਰਾਂ ਲਈ ਆਪਣੀਆਂ ਜਾਨਾਂ ਇਹਨਾਂ ਨੇ ਦੇ ਦਿੱਤੀਆਂ, ਸੋ ਇਹਨਾਂ ਦਾ ਦੇਣਾ ਨਹੀਂ ਦੇ ਸਕਦੇ। ਇਹ ਤੁਹਾਡੀ ਬਿਲਕੁਲ, ਇਹ ਵੀ ਪਰਿਵਾਰ ਸ਼ਰਧਾ ਦੇ ਫੁੱਲਿਆ ਹੋਏ ਇੱਥੇ ਅਸੀਂ ਇਹਨਾਂ ਨੂੰ ਪਹੁੰਚਦੇ ਕਰ ਚੱਲੇ ਹਾਂ। ਮਹਾਰਾਜ ਇਹਨਾਂ ਨੂੰ ਹੋਰ ਤਰੱਕੀਆਂ ਦੇਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਕੁਲਵਿੰਦਰ ਸਿੰਘ ਵੀ ਕੋਈ ਜ਼ਮੀਨ ਜਾਇਦਾਦ ਪੱਖੋਂ ਕੋਈ ਉਹ ਨਹੀਂ ਸੀ, ਕੋਈ ਬਹੁਤੀ ਜ਼ਮੀਨ ਵੀ ਨਹੀਂ ਵਾਈ ਉਹਦੇ ਹਿਸਾਬ ਦੇ ਨਾਲ, ਪਰ ਫਿਰ ਵੀ ਮੈਂ ਸਮਝਦਾ ਕਿ ਇਹਨਾਂ ਨੇ ਇਸ ਸੰਘਰਸ਼ ਦੇ ਲੇਖੇ ਆਪਣੀ ਜ਼ਿੰਦਗੀ ਲਾਈ ਹੈ ਤੇ ਇਹ ਪਰਿਵਾਰ ਦੇ ਨਾਲ ਅਸੀਂ ਦੋਨਾਂ ਪਰਿਵਾਰਾਂ ਨੂੰ ਮਿਲੇ ਹਾਂ ਤੇ ਮੈਂ ਸਮਝਦਾ ਗੁਰੂ ਸਾਹਿਬ ਕਿਰਪਾ ਕਰਨ ਤੁਹਾਡੀਆਂ ਸੰਗਤਾਂ ਦੀਆਂ ਅਸੀਸਾਂ ਦੇ ਨਾਲ ਇਹ ਹੁਣ ਅੱਗੋਂ ਆਪਣੇ ਜੀਵਨ ਦੇ ਵਿੱਚ ਇੱਕ ਹੋ ਕੇ ਵਿਚਰਨ। ਇੱਕ ਇਹ ਵਿੱਚ ਬਲ ਹੈ ਉਹ ਤਾਂ ਆਪਾਂ ਸਾਰੇ ਸਮਝ ਹੀ ਸਕਦੇ ਹਾਂ, ਪਰ ਦੁੱਖ ਵੀ ਵੰਡਿਆ ਜਾਂਦਾ ਜੇ ਇਸ ਢੰਗ ਦੇ ਨਾਲ ਮਿਲ ਕੇ ਚੱਲਣਗੇ। ਸੋ ਸਾਡੀ ਉਮੀਦ ਹੈ, ਸਾਨੂੰ ਇਹਨਾਂ ਨੇ ਭਰੋਸਾ ਵੀ ਦਿਵਾਇਆ ਦੋਨਾਂ ਨੇ, ਮਾਤਾ ਪਿਤਾ, ਤੇ ਅਸੀਂ ਇਹਨਾਂ ਦੇ ਵੀ ਧੰਨਵਾਦੀ ਹਾਂ, ਜਸਪ੍ਰੀਤ ਸਿੰਘ ਦੇ ਤੇ ਸਾਡੇ ਭੈਣ ਜੀ ਦੇ, ਜਿਨ੍ਹਾਂ ਨੇ ਸਾਡੀ ਇਹ ਬੇਨਤੀ ਪ੍ਰਵਾਨ ਕੀਤੀ ਹੈ ਤੇ ਤੁਹਾਡੀ ਇਹ ਸੇਵਾ ਜਿਹੜੀ ਹੈ ਇਹਨਾਂ ਤੱਕ ਪੁੱਜਦੀ ਕੀਤੀ ਗਈ।